मैं गरीब सच टेक तू, मेरे सतगुर पूरे। देख तुम्हारा दर्शनो, मेरा मन धीरे। मेल लहू दयाल, टह पे द्वारिया। रख ले बहु दीन दयाल, प्रमत बहु हारिया। रख ले बहु दीन दयाल, प्रमत बहु हारिया। डंडौत बंदन अनक बार, सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। वाहिगुरु जी का खालसा, वाहिगुरु जी की फतेह। सच्चे पातशाह ਆਪਾਂ ਕੱਲ ਦੇ ਰੋਜ਼ ਤੋਂ ਸਤਿਗੁਰੂ ਜੀ ਦੀ ਬਾਣੀ ਦੇ ਅਰਥ ਬੋਧ ਵਾਸਤੇ ਅਤੇ ਸ਼ੁੱਧ ਸੰਥਿਆ ਵਾਸਤੇ ਪ੍ਰਾਰੰਭਤਾ ਕੀਤੀ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਖਸ਼ਿਸ਼ ਰਹਿਮਤ ਸਦਕਾ ਮੂਲ ਮੰਤਰ ਦੇ ਅਰਥ ਆਪਾਂ ਸਰਵਣ ਕੀਤੇ ਸੀ ਸੰਖੇਪ ਰੂਪ ਦੇ ਅੰਦਰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਤੇ ਸਾਨੂੰ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਗਰੀਬ ਨਵਾਜ ਨੇ ਬਖਸ਼ਿਸ਼ ਕੀਤੀ ਹੈ। ਮੂਲ ਮੰਤਰ ਸਤਿਗੁਰੂ ਜੀ ਸੱਚਖੰਡ ਤੋਂ ਲੈ ਕੇ ਆਏ। ਗੁਰੂ ਨਾਨਕ ਸਾਹਿਬ ਜੀ ਦੀ ਬਾਬਤ ਜੇ ਕੋਈ ਪੁੱਛੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੌਣ ਹੋਏ ਹਨ, ਤਾਂ ਸਤਿਗੁਰੂ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਫੈਸਲਾ ਦਿੱਤਾ ਬਾਣੀ ਦੇ ਅੰਦਰ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਤੋਂ ਵੱਡੇ ਹੈ। ਸ਼ਾਇਦ ਪਿੱਛੇ ਤੁਹਾਨੂੰ ਢੋਲ ਦੀ ਆਵਾਜ਼ ਸੁਣਾਈ ਦਿੰਦੀ ਹੋਊਗੀ, ਤਾਂ ਥੋੜੇ ਚਿਰ ਵਾਸਤੇ ਹੀ ਮੈਨੂੰ ਲੱਗਦਾ ਫਿਰ ਹੌਲੀ ਹੌਲੀ ਬੰਦ ਹੋ ਜਾਂਦੀ ਹੈ ਜਦੋਂ ਅੱਗੇ ਲੰਘ ਜਾਂਦੇ ਆ। ਤੋ ਵਿਆਹਾਂ ਸ਼ਾਦੀਆਂ ਦਾ ਜਿਹੜਾ ਹੈ ਉਹ ਦਿਨ ਹੋਣ ਕਰਕੇ ਨਾ, ਤਾਂ ਕਰਕੇ ਥੋੜੀ ਜਿਹੀ ਆਵਾਜ਼ ਸ਼ਾਇਦ ਤੁਹਾਨੂੰ ਆਉਂਦੀ ਹੋਵੇ, ਪਰ ਇਹ ਥੋੜੇ ਚਿਰ ਬਾਅਦ ਬੰਦ ਹੋ ਜਾਏਗੀ। ਤੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਕਿ ਸਤਿਗੁਰੂ ਜੀ ਵੱਡੇ ਕਿਵੇਂ ਹਨ। ਕਿਸੇ ਪੀਰ ਪੈਗੰਬਰ ਦਾ ਜਾਂ ਕਿਸੇ ਦੇਵੀ ਦੇਵਤੇ ਦਾ ਅਵਤਾਰ ਹਨ। ਸਤਿਗੁਰੂ ਜੀ ਦੀ ਬਾਣੀ ਵਿੱਚ ਹੀ ਭੱਟਾਂ ਦਾ ਫੈਸਲਾ ਹੈ ਕਿ ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ ਰਾਏ ਭੋਏ ਦੀ ਤਲਵੰਡੀ ਵਿੱਚ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਅਨੇਕਾਂ ਕਲਾ ਸ਼ਕਤੀਆਂ ਦੇ ਮਾਲਕ ਆਪ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਇਸ ਧਰਤੀ ਦੀ ਕਲਿਆਣ ਕੀਤੀ ਹੈ। ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਅਵਤਾਰ ਧਾਰਨ ਕੀਤਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਪਰਮੇਸ਼ਰ ਸਰੂਪ ਹਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਸ੍ਰਿਸ਼ਟੀ ਦੀ ਕਲਿਆਣ ਵਾਸਤੇ ਮਹਾਰਾਜ ਜੀ ਨੇ ਇਹ ਮੂਲ ਮੰਤਰ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਜਦੋਂ
ਸਤਿਗੁਰੂ ਜੀ ਵੇਈਂ ਰਾਹੀਂ ਪ੍ਰਵੇਸ਼ ਕਰਕੇ 3 ਦਿਨ ਬਾਅਦ ਮਹਾਰਾਜ ਵੇਈਂ ਦੇ ਵਿੱਚੋਂ ਪ੍ਰਗਟ ਹੋਏ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਸਭ ਤੋਂ ਪਹਿਲਾਂ ਸਾਹਮਣੇ ਭਾਈ ਸਧਾਰਨ ਆਏ ਸੀ ਤੇ ਸਤਿਗੁਰਾਂ ਜੀ ਨੇ ਕਿਹਾ ਸੀ, ਭਾਈ ਸਧਾਰਨ ਨਿਹਾਲ ਹੋਇਓ। ਇਹ ਸਤਿਗੁਰੂ ਜੀ ਦੇ ਬਚਨ ਕਹਿਣ ਤੋਂ ਭਾਈ ਸਧਾਰਨ ਜੀ ਨੂੰ ਗਿਆਨ ਹੋ ਗਿਆ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਿੱਥੇ ਅੱਜ ਸੰਤ ਘਾਟ ਗੁਰਦੁਆਰਾ ਸਾਹਿਬ ਹੈ, ਇੱਥੇ ਮਹਾਰਾਜ ਜੀ ਨੇ ਦੀਵਾਨ ਸਜਾਇਆ। ਬੇਬੇ ਨਾਨਕੀ ਜੀ ਨੇ ਆ ਕੇ ਦਰਸ਼ਨ ਕੀਤੇ। ਮਹਾਰਾਜ ਜੀ ਨੇ ਆਖਿਆ ਕਿ ਕੜਾਹ ਪ੍ਰਸ਼ਾਦ ਤਿਆਰ ਕਰਕੇ ਲਿਆਓ। ਫਿਰ ਕੜਾਹ ਪ੍ਰਸ਼ਾਦ ਘਰੋਂ ਤਿਆਰ ਕਰਕੇ ਲਿਆਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਜਿੰਨੀ ਸੰਗਤ ਬੈਠੀ ਸੀ ਸਾਰਿਆਂ ਨੂੰ ਸਤਿਗੁਰਾਂ ਜੀ ਨੇ ਫਿਰ ਇਹ ਮੂਲ ਮੰਤਰ ਗਰੀਬ ਨਵਾਜ ਜੀ ਨੇ ਜਪਾਇਆ। ਜੋ ਉੱਥੋਂ ਦੀ ਫਿਜ਼ਾ ਸੀ ਉਹ ਵੀ ਤੇ ਸਮੇਂ ਇੰਨੀ ਰਸਮਾਈ ਹੋ ਗਈ, ਜੜ ਵਸਤੂਆਂ ਚੇਤਨ ਤੇ ਚੇਤਨ ਜੜ ਬਣ ਗਈਆਂ। ਸੱਚੇ ਪਾਤਸ਼ਾਹ ਜੀ ਨੇ ਐਸਾ ਪਿਆਰ ਰਸ ਵਿੱਚ ਆ ਕਰਕੇ ਗਰੀਬ ਨਵਾਜ ਨੇ ਆਪਣੇ ਸ਼੍ਰੀ ਮੁਖ ਤੋਂ ਮੂਲ ਮੰਤਰ ਦਾ ਉਚਾਰਨ ਕੀਤਾ। ਤੋ ਇਹ ਪ੍ਰਾਰੰਭਤਾ ਹੈ। ਮੂਲ ਦਾ ਅਰਥ ਹੁੰਦਾ ਮੁੱਢ। ਜੋ ਪ੍ਰਾਰੰਭ ਵਿੱਚ ਇਹ ਮੰਤਰ ਸਤਿਗੁਰਾਂ ਜੀ ਨੇ ਰੱਖਿਆ ਹੈ ਤੇ ਫਿਰ ਰਾਗਾਂ ਦੇ ਕ੍ਰਮਵਾਰ ਜਦੋਂ ਰਾਗਾਂ ਦੀ ਪ੍ਰਾਰੰਭਤਾ ਹੁੰਦੀ ਹੈ, ਸਤਿਗੁਰਾਂ ਜੀ ਨੇ ਉੱਥੇ ਜੋ ਹੈ ਮਹਾਮੰਤਰ ਮਹਾਰਾਜ ਜੀ ਨੇ ਰੱਖਣਾ ਕੀਤਾ ਹੈ। ਤੋ ਆਪਾਂ ਸੰਖੇਪ ਰੂਪ ਵਿੱਚ, ਕਿਉਂਕਿ ਅੱਖਰੀ ਅਰਥ ਸਾਨੂੰ ਚੇਤੇ ਵੀ ਰਹਿਣ ਤੇ ਵਿਚਾਰ ਦੇ, ਫਿਰ ਆਪਾਂ ਪਹਿਲੀ ਪੌੜੀ ਦੀ ਆਰੰਭਤਾ ਕਰਾਂਗੇ। ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਜੋ ਮੂਲ ਮੰਤਰ ਦੇ ਅਰਥ ਲਿਖੇ ਆ, ਉਹਦੇ ਵਿੱਚ ਜਿਹੜੀ ਭਾਈ ਸਾਹਿਬ ਦੇ ਬਾਬਤ ਜੋ ਆਪਾਂ ਜਿਵੇਂ ਮੁਖਬੰਦ ਲਿਖਦੇ ਆ, ਪੋਥੀ ਦਾ ਜਿਹੜੀ ਆਰੰਭਤਾ ਕਰਨੀ ਹੁੰਦੀ ਆ ਤੇ ਆਪਣੇ ਵੱਲੋਂ ਲੇਖਕ ਵੱਲੋਂ ਵਿਚਾਰ ਵੀ ਜਿਹੜੇ ਆ ਉਹ ਲਿਖੇ ਜਾਂਦੇ ਆ। ਤੇ ਭਾਈ ਸਾਹਿਬ ਜੀ ਇਸ ਨੂੰ ਸੰਪੂਰਨ ਨਹੀਂ ਸੀ ਕਰ ਸਕੇ, ਤੇ ਪਰ ਭਾਈ ਸਾਹਿਬ ਜੀ ਨੇ ਜਿਹੜੀ ਉਹਦੀ ਭੂਮਿਕਾ ਲਿਖੀ ਸੀਗੀ ਉਹ ਬਹੁਤ ਪਿਆਰ ਦੇ ਵਿੱਚ ਭਰ ਕੇ ਭਾਈ ਸਾਹਿਬ ਜੀ ਨੇ ਲਿਖੀ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਸ਼ਬਦ ਲਿਖੇ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨਿਰਾ ਪਿਆਰ ਦਾ ਸੋਮਾ ਹਨ, ਪ੍ਰਕਾਸ਼ ਹਨ। ਤੇ ਭਾਈ ਸਾਹਿਬ ਜੀ ਦੇ ਉਹ ਜਿਹੜੇ ਸ਼ਬਦ ਹਨ ਉਹ ਜੇ ਸੰਗਤਾਂ ਆਪ ਪਿਆਰ ਨਾਲ ਸਰਵਣ ਕਰੋ, ਮੈਂ ਹੂਬਹੂ ਆਪ ਜੀ ਨੂੰ ਜਿਹੜਾ ਹੈ ਉਹ ਸਰਵਣ ਕਰਾਉਣਾ, ਕਿਉਂਕਿ ਡਾਕਟਰ ਭਾਈ ਬਲਵੀਰ ਸਿੰਘ ਜੀ ਜੋ ਹੋਏ ਆ ਉਹਨਾਂ ਨੇ ਇਹ ਜਿਹੜੇ ਆ ਭਾਈ ਸਾਹਿਬ ਦੇ ਜੋ ਅਰਥ ਕੀਤੇ ਆ ਉਹਨਾਂ ਨੂੰ ਅੱਗੇ ਛਪਵਾਉਣ ਦੀ ਸੇਵਾ ਕੀਤੀ ਹੈ। ਤੇ ਭਾਈ ਸਾਹਿਬ ਜੀ ਉਸ ਸਮੇਂ ਬਹੁਤ ਬਿਰਧ ਅਵਸਥਾ ਸੀਗੀ ਜਦੋਂ ਇਹਨਾਂ ਨੇ ਆਪਣੀ ਉਹ ਅਖੀਰਲੀ ਮਿਲਣੀ ਦਾ ਜ਼ਿਕਰ ਕੀਤਾ। ਤੇ ਭਾਈ ਸਾਹਿਬ ਜੀ ਲਿਖਦੇ ਆ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਗੁਰੂ ਸਾਹਿਬਾਂ ਦੀ ਜੋਤ ਵਾਹਿਗੁਰੂ ਦਾ ਸੁੱਧ ਗਿਆਨ ਹੈ। ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲਗਾਤਾਰ ਚਾਲ, ਇੱਕ ਲਗਾਤਾਰ ਰੂਪ, ਇੱਕ ਲਗਾਤਾਰ ਧੁਨ, ਇੱਕ ਲਗਾਤਾਰ ਅਮੂਰਤ ਮੂਰਤੀ ਹੈ, ਜਿਸ ਵਿੱਚ ਬੇਨਤੀ, ਬਿਰਹੋ, ਨਿਰਮਲ ਭੈ, ਗਿਆਨ, ਸੇਵਾ, ਸ਼ਰਧਾ, ਪਿਆਰ, ਪ੍ਰੇਮ, ਭਗਤੀ ਦੇ ਅਨੇਕ ਤਰੰਗ ਹਨ। ਹਾਂ, ਇਸ ਵਿੱਚ ਇੱਕ ਲਗਾਤਾਰ ਸੰਗੀਤ, ਇੱਕ ਲਗਾਤਾਰ ਕਾਵਿ ਰਸ, ਇੱਕ ਲਗਾਤਾਰ ਚਾਨਣ, ਇੱਕ ਲਗਾਤਾਰ ਰਸ, ਮਸਤੀ, ਰਸ ਝੂਮ, ਰਸ ਸਰੂਰ, ਰਸ ਲੀਨਤਾ ਦਾ ਦਰਸ਼ਨ ਹੈ। ਇਹੋ
ਗੁਰੂ ਨਾਨਕ ਸਾਹਿਬ ਜੀ ਦਾ ਹਿਰਦਾ ਹੈ। ਇਹੀ ਉਹਨਾਂ ਦਾ ਇਤਿਹਾਸ ਤੇ ਇਹੀ ਇਲਾਹੀ ਗਿਆਨ ਹੈ। ਇਹੀ ਰੱਬੀ ਨਾਦ ਤੇ ਸਰੋਧ ਹੈ। ਇਹੀ ਗੁਰੂ ਹਿਰਦੇ ਉੱਪਰ ਸਾਈਂ ਵੱਲੋਂ ਪ੍ਰਕਾਸ਼ਿਆ ਗਿਆਨ ਹੈ। ਗੁਰੂ ਜੀ ਦਾ ਹਿਰਦਾ ਹਉ ਰਹਿਤ ਤੇ ਨਿਰੋਲ ਨਿਰਮਲ ਹੋਣ ਕਰਕੇ ਇਹ ਗਿਆਨ ਉੱਥੇ ਇਉਂ ਪ੍ਰਕਾਸ਼ਿਆ ਕਿ ਹੂ ਬਹੂ ਜਿਉਂ ਕਾ ਤਿਉਂ, ਜਿਵੇਂ ਸ਼ੀਸ਼ੇ ਵਿੱਚ ਮੂਰਤ ਪ੍ਰਕਾਸ਼ਦੀ ਹੈ, ਜਿਉਂ ਕਿ ਤਿਉਂ ਬਾਣੀ ਗੁਰੂ ਹਿਰਦੇ ਰੂਪੀ ਸ਼ੀਸ਼ੇ ਵਿੱਚ ਜੜੀ ਰੱਬੀ ਗਿਆਨ ਦੀ ਮੂਰਤ ਹੈ। ਹਾਂ, ਇਸ ਵਾਹਿਗੁਰੂ ਦਾ ਗਿਆਨ ਹੈ। ਹਾਂ, ਇਸ ਵਿੱਚ ਵਾਹਿਗੁਰੂ ਦਾ ਗਿਆਨ ਹੈ, ਗੁਰੂ ਦਾ ਹਿਰਦਾ ਹੈ ਤੇ ਇਉਂ ਉਹਨਾਂ ਦਾ ਰੂਪ ਹੈ। ਇਹ ਭਾਈ ਸਾਹਿਬ ਜੀ ਨੇ ਥੱਲੇ ਭਾਈ ਸਾਹਿਬ ਦੇ ਸਾਏ ਨਾਲ ਵੀਰ ਸਿੰਘ ਲਿਖਿਆ। ਇਹ ਨਿਮਰਤਾ ਹੁੰਦੀ ਹੈ ਮਹਾਨ ਮਹਾਂਪੁਰਖਾਂ ਦੀ ਕਿ ਆਪਣੇ ਨਾਮ ਦੇ ਮੂਹਰੇ ਉਹ ਕੋਈ ਲਕਬ ਨਹੀਂ ਲਾਉਂਦੇ ਤੇ ਕੱਲਾ ਵੀਰ ਸਿੰਘ ਸ਼ਬਦ ਜਿਹੜਾ ਉਹਨਾਂ ਦੀ ਕਲਮ ਨਾਲ, ਉਹਨਾਂ ਦੀ ਲੇਖਣੀ ਨਾਲ ਲਿਖਿਆ ਹੋਇਆ। ਤੇ ਇਹ ਭਾਈ ਸਾਹਿਬ ਜੀ, ਇਹ ਮੈਂ ਸਿਰਫ ਕੇਵਲ ਉਹਦਾ ਸਾਰ ਅੰਸ਼ ਪੜ੍ਹਿਆ ਜਿਹੜਾ ਭਾਈ ਸਾਹਿਬ ਜੀ ਨੇ ਇਹਦਾ ਜਿਹੜਾ ਆਪਣੇ ਵੱਲੋਂ ਟੀਕੇ ਦੇ ਬਾਬਤ ਲਿਖਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਜੋ ਹੈ ਉਹ ਅਗਾਧ ਬੋਧ ਹੈ। ਬਾਣੀ ਦਾ ਥਾਂ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ ਤੇ ਆਪਾਂ ਆਨੰਦ ਲੈ ਸਕਦੇ ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ। ਤੋਂ ਆਪਾਂ ਅੱਜ ਮੂਲ ਮੰਤਰ ਦੇ ਫਿਰ ਅੱਖਰੀ ਅਰਥ ਵਿਚਾਰਦੇ ਹੋਏ ਤੇ ਆਪਾਂ ਜਿਹੜਾ ਹੈ ਪਹਿਲੀ ਪੌੜੀ ਦੇ ਅਰਥ ਉਹ ਸਰਵਣ ਕਰਾਂਗੇ। ਇੱਕ ਸਤਿਗੁਰੂ ਜੀ ਨੇ ਜੋ ਪਰਮੇਸ਼ਰ ਦਾ ਜਨਾਇਕ ਸਤਿਗੁਰਾਂ ਜੀ ਨੇ ਸਾਨੂੰ ਜਿਹੜਾ ਬਖਸ਼ਿਸ਼ ਕੀਤਾ ਹੈ ਕਿ ਭਾਵੇਂ ਕਿ ਉਹ ਨਾਨਾਵਤ ਸੰਸਾਰ ਦੇ ਅੰਦਰ ਸਮਾਇਆ ਹੋਇਆ ਤੇ ਉਸ ਇੱਕ ਨੇ ਹੀ ਆਪਣੇ ਅਨੇਕ ਰੂਪ ਧਾਰਨ ਕੀਤੇ ਹੋਏ ਆ। ਅਨੇਕਤਾਈ ਦੇ ਵਿੱਚ ਹੁੰਦਾ ਹੋਇਆ ਵੀ ਫਿਰ ਵੀ ਉਹ ਇੱਕ ਹੈ। ਜਿਵੇਂ ਮਹਾਰਾਜ ਜੀ ਨੇ ਕਿਹਾ ਨਾ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਇਹ ਸਾਰੀ ਮਹਾਰਾਜ ਦੀ ਨਿਰੰਕਾਰ ਦੀ ਖੇਲ ਹੈ ਤੇ ਜਿਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪਿਆਰ ਪ੍ਰਾਪਤ ਹੁੰਦਾ ਹੈ, ਗੁਰਬਾਣੀ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਸ ਦੇ ਅੰਦਰ ਇਸ ਤਰ੍ਹਾਂ ਦਾ ਪ੍ਰਕਾਸ਼ ਮਹਾਰਾਜ ਸਾਹਿਬ ਜੀ ਕਰ ਦਿੰਦੇ ਆ ਕਿ ਨਾਨਾਵਤ ਸੰਸਾਰ ਦੇ ਅੰਦਰ ਪਰਮੇਸ਼ਰ ਦੀ ਜੋਤ ਉਹਨਾਂ ਨੂੰ ਦਿਸਣ ਲੱਗ ਪੈਂਦੀ ਹੈ। ਹਰੇਕ ਰੂਪ ਵਿੱਚ ਹਰਕਤ ਉਸ ਹਰੀ ਦੀ ਵੇਖ ਲੈਂਦੇ ਆ। ਬਿਨਾਂ ਵਾਹਿਗੁਰੂ ਤੋਂ ਉਹ ਕਿਸੇ ਨੂੰ ਨਹੀਂ ਵੇਖਦੇ। ਸੰਸਾਰ ਦੇ ਅੰਦਰ ਚੰਗਾ ਮੰਦਾ, ਬੁਰਾ ਭਲਾ ਉਹਨਾਂ ਦੇ ਅੰਦਰੋਂ ਮਿਟ ਜਾਂਦਾ। ਉਹ ਇੱਕ ਰੱਬੀ ਪਿਆਰ ਵਿੱਚ, ਰੱਬੀ ਗਿਆਨ ਵਿੱਚ ਜਿਉਂਦੇ ਆ। ਉਹਨਾਂ ਦਾ ਜੀਵਨ ਇੱਕ ਰਸਮਈ, ਆਨੰਦਮਈ ਹੁੰਦਾ ਤੇ ਇੱਕ ਪਰਮੇਸ਼ਰ ਨੂੰ ਉਹ ਹਰ ਥਾਂ ਤੇ ਜਿਹੜਾ ਹੈ ਪ੍ਰਗਟ ਰੂਪ ਵਿੱਚ ਵੇਖ ਲੈਂਦੇ ਆ ਤੇ ਅਨੇਕਤਾਈ ਚੋਂ ਵੀ ਉਹਨਾਂ ਨੂੰ ਇੱਕ ਹੀ ਦਿਖਾਈ ਦਿੰਦਾ ਹੈ। ਬਿਨ ਹਰ ਹੈ ਕੋ ਕਹਾਂ ਬਤਾਵੋ, ਜਿਵੇਂ ਬਾਣੀ ਦੇ ਵਿੱਚ ਜ਼ਿਕਰ ਆਉਂਦਾ ਕਿ ਹਰੀ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕੋਈ ਹੈ, ਹੋਰ ਕੋਈ ਹੈ ਕਿੱਥੇ ਹੈ ਬਤਾਵੋ, ਦੱਸੋ। ਭਾਵ ਕਿ ਹਰੀ ਤੋਂ ਬਿਨਾਂ, ਨਿਰੰਕਾਰ ਤੋਂ ਬਿਨਾਂ ਕੋਈ ਹੋਰ ਨਹੀਂ। ਇਸ ਕਰਕੇ ਉਹ ਅਨੇਕਤਾਈ ਦੇ ਵਿੱਚ ਹੁੰਦਾ ਹੋਇਆ ਵੀ ਇੱਕ ਰੂਪ ਹੈ ਤੇ ਓੰਕਾਰ ਸਭ ਦੀ ਉਤਪਤੀ ਕਰਨ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਹੈ ਹੰਕਾਰ ਸ਼ਬਦ, ਇਹ ਪਰਮੇਸ਼ਰ ਦਾ ਜਨਾਇਕ ਲਖਾਇਕ ਮਹਾਰਾਜ ਸਾਹਿਬ ਜੀ ਨੇ ਦੱਸਿਆ ਕਿ ਜਿਵੇਂ ਕਾਰ ਖਿੱਚੀਏ ਤੇ ਉਹਦਾ ਕੋਈ ਅੰਤ ਨਹੀਂ ਹੈ, ਇਸ ਤਰ੍ਹਾਂ ਪਰਮੇਸ਼ਰ ਦਾ ਵੀ ਕੋਈ ਅੰਤ ਨਹੀਂ ਹੈ। ਜਿਹੜੀਆਂ ਤਿੰਨ ਸ਼ਕਤੀਆਂ ਹਨ ਉਹ ਪਰਮੇਸ਼ਰ ਨੇ ਮਾਇਆ ਦੇ ਤਿੰਨ ਗੁਣ ਜਿਹੜੇ ਆ ਆਪਣੇ ਆਪ ਤੋਂ ਪੈਦਾ ਕੀਤੇ ਆ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤੇ
सृष्टि दी सारी रचना नूं माया द्वारा रच के ये महाराज जी ने पसारा जिहड़ा है फैलाया है। अपना उन्हां दा जिहड़ा नाम है परमेश्वर दा वो सत्व है, तिन्ना कालां च रहण वाला है। ये ਸਰੂਪ लखण मैं कल भी बेनती की सी कि महाराज ने वाहिगुरु जी दे ਸਰੂਪ ਨੂੰ चित्रना किया मूल मंत्र दे अंदर। सच्चे पातशाह जी महाराज कहा परमेश्वर दा नाम तिन्ना कालां च रहण वाला सच्चा है, नाम प्रसिद्ध है ते नाम विच इन्नी शक्ति है कि वो नामी विच अभेद कर दिंदा है। नाम खिच के परमेश्वर दे ਸਰੂਪ विच मिला दिंदा है। इसे करके महाराज ने कहा कि जिहड़ा नाम है वो सब तो उच्चा, प्रभ का सिमरन सब ते ऊंचा। वाहिगुरु दा नाम जपना सिमरन करना ये सब तो उच्चा साधन है। फिर परमेश्वर ने सारी सृष्टि नूं रचिया, वो करता है। परमेश्वर दे रचने करके बनाने करके इस करके उस दा इस रूप लखण महाराज जी ने कथन किया है कि वाहिगुरु सब चीज़ां दा करता है, पुरख पूर्ण है। जो मात लोक है, पताल लोक है, आकाश लोक है, जिहड़े कोई जिवें दिव्योपत खानी है, देवी देवते है, उन्हां दी भी पहुँच तो परे है, सब थावां ते वो रमिया होया है। फिर जिवें देवी देवते एक दूसरे तो डर जाते हैं, परमेश्वर किसी तो डरन वाला नहीं। जिवें दैंत चढ़ के आ गए तो देवतियां नूं मार के भजा दिता, जिहदी सतगुरां जी ने वो सतयुग की कथा जिहड़ी है सारी चंडी दी वार विच लिखी है। ते किवें देवतियां ने भज के फिर देवी दी शरण तकी है, डर के भज गए। पर परमेश्वर वाहिगुरु जी जो हन वो डर तो रहत हन, निरभौ ਸਰੂਪ है परमेश्वर दा। फिर किसी नाल वैर नहीं करते, वैर तो रहत है। मूर्त जो स्वरूप है वो काल तो रहत है, काल नहीं व्यापदा है। अजन्मा स्वरूप है परमेश्वर दा ते सह भंग सुते प्रकाश है। गुरु जी दी प्रसाद कृपा दे नाल ऐसे वाहिगुरु दी प्राप्ति हुंदी है। सच्चे पातशाह जी महाराज ने कहा जिहड़ा एक नूं पहचान लैंदा ਉਹਦੇ अंदरों हौमे जिहड़ी ਉਹ चले जाती है। फिर अंदर ते बाहर एक नूं पछाण लैंदा, अपने ਸਰੂਪ रूपी महल दी उसनूं पछाण हो जाती है। वाहिगुरु नूं नेड़े जाणदा हर वेले। एक ओंकार तो बिना कोई दूजा नहीं। सच्चे पातशाह जी कहंदे सब थावां ते वाहिगुरु ही समाया होया उन्हां नूं प्रतीत हुंदा है। ਇਹ ਮੰਤਰ ਦੇ ਜਾਪ ਨਾਲ ਖੇਡ ਵਰਤਦੀ ਹੈ। ਸਤਿਗੁਰੂ ਜੀ ਜਿਹਨੂੰ ਤਰਸ ਕਰਕੇ ਆਪ ਦਿੰਦੇ ਆ, ਮਿਹਰ ਕਰਦੇ ਆ, ਉਹਨੂੰ ਇਹ ਪ੍ਰੀਤ ਦੀ ਦਾਤ ਪ੍ਰਾਪਤ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੂਲ ਮੰਤਰ ਦੇ ਅੰਦਰ ਸਰੂਪ ਲਖਣ ਸਤਿਗੁਰਾਂ ਜੀ ਨੇ ਕਥਨ ਕਰਕੇ ਸਾਨੂੰ ਬਖਸ਼ਿਸ਼ ਕੀਤੇ ਹੈ। ਤੇ ਜਿਹੜਾ ਹੈ ਉਹ शुद्ध उचारण जिहड़ा वो करना सदा ही। एक ओंकार, फिर सत नाम, मम्मे नूं औंकड़ भी लाउणा, तत्ते नूं सिहारी भी लाउणी, करता पुरख, खखे नूं औंकड़ भी लाउणा, पुरख करता पुरख, निरभौ निरवैर, अकाल मूरत, अजूनी सै भंग, गुर प्रसाद, दद्दे नूं सिहारी लाउणी, जप पप्पे नूं औंकड़ लाउणा, आदि सच, दद्दे नूं सिहारी ला के आदि, ते फिर चच्चे नूं औंकड़ लाउणा सच, आदि सच, जुगादि सच, है भी सच, नानक होसी भी सच। इस प्रकार जिहड़ा है
ਉਹ शुद्ध उच्चारण करना। सच्चे पातशाह जी महाराज ने ये जो अगे मैं कल भी जिक्र किया सी, निरंकार वाहिगुरु जी के सामने फिर उच्चारण किया सी कि जप आदि सच जुगादि सच है भी सच नानक होसी भी सच। जो आदि विच भी परमेश्वर ਜਦੋਂ ਕੁਝ ਨਹੀਂ ਸੀ ਬਣਿਆ, ਰਚਨਾ ਨਹੀਂ ਸੀ ਕੀਤੀ, ਤੇ ਪਰਮੇਸ਼ਰ ਉਦੋਂ ਵੀ ਸਤ ਸੀ, ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਕੁਝ ਵੀ ਮੌਜੂਦ ਨਹੀਂ ਸੀਗਾ, ਉਦੋਂ ਵੀ ਵਾਹਿਗੁਰੂ ਜੀ ਸਨ, ਤੇ ਜਦੋਂ ਜੁਗਾਂ ਆਦਿਕ ਦੀ ਰਚਨਾ ਹੋਈ ਹੈ ਉਦੋਂ ਵੀ ਪਰਮੇਸ਼ਰ ਸੱਚ ਸੀ, ਹੁਣ ਵੀ ਪਰਮੇਸ਼ਰ ਸੱਚ ਹੈ ਵੀ ਸੱਚ, ਤੇ ਨਾਨਕ ਹੋਸੀ ਵੀ ਸੱਚ। ਮਹਾਰਾਜ ਕਹਿੰਦੇ ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਸਦਾ ਸਤ ਸਰੂਪ ਰਹੇਗਾ, ਉਹ ਸਦਾ ਹੀ ਰਹਿਣ ਵਾਲਾ ਹੈ। ਜਗਤ ਸਮੁੰਦਰ ਦੀ ਲਹਿਰ ਦੀ ਤਰ੍ਹਾਂ ਹੈ, ਕਿਉਂਕਿ ਲਹਿਰ ਜਿਹੜੀ ਹੈ ਉਹ ਪਾਣੀ ਦੇ ਉੱਤੇ ਉੱਠਦੀ ਹੈ ਤੇ ਥੋੜੇ ਚਿਰ ਬਾਅਦ ਫਿਰ ਸਮਾਪਤ ਹੋ ਜਾਂਦੀ ਹੈ। ਲਹਿਰ ਜਿਹੜੀ ਹੈ ਉਹਦਾ ਜੀਵਨ ਸਦਾ ਨਹੀਂ ਹੈ, ਤੇ ਜੇ ਲਹਿਰ ਨੂੰ ਕੋਈ ਸਦੀਵੀ ਸਮਝ ਬੈਠਦਾ ਤੇ ਇਹ ਉਹਦੀ ਭੁੱਲ ਵਾ, ਤੇ ਲਹਿਰ ਦੇ ਬਿਨਸਣ ਤੋਂ ਫਿਰ ਉਹਦਾ ਜੇ ਮਨ ਉਦਾਸ ਹੋ ਜਾਵੇ ਕਿ ਲਹਿਰ ਬਿਨਸ ਕਿਉਂ ਗਈ ਹੈ, ਕਿਉਂਕਿ ਲਹਿਰ ਪੈਦਾ ਹੀ ਬਿਨਸਣ ਲਈ ਹੋਈ ਸੀ। ਅਸਲ ਵਿੱਚ ਹਵਾ ਦੇ ਸਪਰਸ਼ ਲੱਗਣ ਕਰਕੇ ਲਹਿਰ ਪੈਦਾ ਹੋਈ। ਜੇ ਹਵਾ ਦਾ ਸਪਰਸ਼ ਨਹੀਂ ਤੇ ਫਿਰ ਲਹਿਰ ਨਹੀਂ ਪੈਦਾ ਹੋ ਸਕਦੀ। ਇਵੇਂ ਜਦੋਂ ਸੰਕਲਪਾਂ ਵਿਕਲਪਾਂ ਦਾ ਸਪਰਸ਼ ਹੁੰਦਾ, ਵਾਸ਼ਨਾ ਰੂਪੀ ਹਵਾ ਦਾ ਸਪਰਸ਼ ਹੁੰਦਾ, ਉਦੋਂ ਸੰਸਾਰ ਰਚਿਆ ਜਾਂਦਾ। ਜਦੋਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ ਉਦੋਂ ਫਿਰ ਲਹਿਰ ਨਹੀਂ ਬਣਦੀ, ਭਾਵ ਸੰਸਾਰ ਮਿਟ ਜਾਂਦਾ, ਤੇ ਕੀ ਸੱਚਾਈ ਦਿਖਦੀ ਹੈ? ਪਾਣੀ। ਤੇ ਜੇ ਕੋਈ ਕਹੇ ਪਾਣੀ ਹੈ ਨਹੀਂ, ਕੇਵਲ ਲਹਿਰ ਵੈ, ਤੇ ਇਹ ਫਿਰ ਉਸਦਾ ਭੁਲੇਖਾ ਹੈ, ਕਿਉਂਕਿ ਲਹਿਰ ਤੋਂ ਪਹਿਲਾਂ ਵੀ ਪਾਣੀ ਸੀਗਾ ਤੇ ਲਹਿਰ ਦੇ ਦੌਰਾਨ ਵੀ ਪਾਣੀ ਹੈ। ਜਦੋਂ ਲਹਿਰ ਉੱਠੀ ਹੈ, ਲਹਿਰ ਦੇ ਵਿੱਚ ਕੀ ਹੈ? ਪਾਣੀ। ਤੇ ਜਦੋਂ ਲਹਿਰ ਨਹੀਂ ਰਹਿਣੀ ਉਦੋਂ ਵੀ ਕੀ ਹੋਊਗਾ? ਪਾਣੀ। ਇਸ ਕਰਕੇ ਪਾਣੀ ਸੱਚਾਈ ਹੈ, ਸਦਾ ਰਹਿਣ ਵਾਲਾ ਹੈ। ਇਹ ਪ੍ਰਮਾਣ ਹੈ ਇੱਕ ਪਾਣੀ ਦੀ ਨਿਆਈ ਹੈ ਬ੍ਰਹਮ ਵਾਹਿਗੁਰੂ। ਤੇ ਜਦੋਂ ਜੀਆਂ ਦੇ ਅੰਦਰ ਵਾਸ਼ਨਾ ਉੱਠਦੀ ਹੈ, ਇਹ ਫਿਰ ਸੰਸਾਰ ਨੂੰ ਵੇਖਦੇ ਆ, ਦੇਹਾਂ ਨੂੰ ਵੇਖਦੇ ਆ, ਸੰਸਾਰ ਰਚਿਆ ਜਾਂਦਾ ਹੈ, ਬੁਰਾ ਭਲਾ ਸਾਰਾ ਕੁਝ ਹੀ ਫਿਰ ਅੱਖਾਂ ਨਾਲ ਦਿਸਦਾ, ਤੇ ਦੋਖ ਦ੍ਰਿਸ਼ਟੀ ਦਿਖਾਈ ਦਿੰਦੀ ਹੈ, ਤੇ ਉਹ ਸੰਸਾਰ ਨੂੰ ਰਚ ਲੈਂਦੇ ਆ। ਤੇ ਉਹਦੀ ਜਿਵੇਂ ਲਹਿਰ ਦੀ ਇੱਕ ਉਮਰ ਹੈ ਨਿਯਤ ਕੀਤੀ ਕਿ ਉਹਨੇ ਸਮਾਪਤ ਹੋਣਾ ਹੀ ਹੈ, ਇਸ ਤਰ੍ਹਾਂ ਇਹ ਸੰਸਾਰ, ਇਹ ਦੇਹਾਂ ਸਮਾਪਤ ਹੋਣੀਆਂ ਹੀ ਹਨ, ਕਿਉਂਕਿ ਪੈਦਾ ਹੀ ਸਮਾਪਤ ਹੋਣ ਲਈ ਹੋਈਆਂ। ਤੇ ਸੰਸਾਰ ਤੋਂ ਪਹਿਲਾਂ ਵੀ ਪਰਮੇਸ਼ਰ ਸੱਚ ਸੀ ਪਾਣੀ ਦੀ ਤਰ੍ਹਾਂ, ਤੇ ਸੰਸਾਰ ਦੇ ਦੌਰਾਨ ਵੀ ਸੱਚ ਹੈ, ਕਿਉਂਕਿ ਲਹਿਰ ਦੇ ਵਿੱਚ ਵੀ ਪਾਣੀ ਹੈ ਨਾ। ਤੇ ਜਦੋਂ ਸੰਸਾਰ ਨਹੀਂ ਰਹਿਣਾ ਉਦੋਂ ਵੀ ਪਰਮੇਸ਼ਰ ਸੱਚ ਹੋਊਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਗਰੀਬ ਨਵਾਜ ਜੀ ਨੇ ਜਣਾਇਆ, ਤੇ ਨਿਸ਼ਚੈਵਾਚਕ ਸਤਿਗੁਰਾਂ ਜੀ ਨੇ ਸ਼ਬਦ ਕਹੇ ਆ ਕਿ ਉਹ ਕਾਲ ਰਹਿਤ ਅਨਕਾਲ ਸਰੂਪਾ, ਉਹ ਕਾਲ ਤੋਂ ਰਹਿਤ ਹੈ, ਸਦਾ ਰਹਿਣ ਵਾਲਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਹੜਾ ਕਾਲ ਵੈ ਉਹ ਵੀ ਪਰਮੇਸ਼ਰ ਨੇ ਆਪ ਰਚਨਾ ਕੀਤਾ ਹੈ, ਤੇ ਜਿਸ ਪਰਮੇਸ਼ਰ ਨੇ ਰਚਿਆ ਉਹਦੇ ਸਰੂਪ ਦੇ ਅੰਦਰ
ਇਹ ਕਾਲ ਜਿਹੜਾ ਹੈ ਉਹ ਨਹੀਂ ਵਿਆਪਦਾ। ਤੇ ਅੱਗੇ ਆਪਾਂ ਹੁਣ ਜਿਹੜੀ ਹੈ ਉਹ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਜਿਹੜੀ ਆ ਉਹ ਆਰੰਭਤਾ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਜਿਹੜਾ ਜਪ ਕਰਨਾ ਨਾ, ਜਪ ਕਰਨਾ ਉਹ ਸਤਿਗੁਰੂ ਜੀ ਨੇ ਸਾਨੂੰ ਆਗਿਆ ਕੀਤੀ ਬਾਣੀ ਵਿੱਚ ਬਾਰ-ਬਾਰ। ਜਿਵੇਂ ਸਤਿਗੁਰੂ ਜੀ ਕਹਿੰਦੇ, ਰੇ ਮਨ ਮੂੜ ਤੂੰ ਤਾਕੋ ਜਾਪ, ਇਹ ਮੇਰੇ ਮਨ ਮੂਰਖਾ ਤੂੰ ਉਸ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਜਪਣਾ ਕਰ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇੱਥੋਂ ਜਪਜੀ ਸਾਹਿਬ ਦੀ ਬਾਣੀ ਦਾ ਜਿਹੜਾ ਹੈ ਉਹ ਮਹਾਰਾਜ ਆਰੰਭ ਕਰਦੇ ਆ। ਤੇ ਨਾਨਕ ਹੋਸੀ ਪੀ ਸੱਚ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹੈ ਉਹ ਮੂਲ ਮੰਤਰ ਸਤਿਗੁਰਾਂ ਜੀ ਨੇ ਰੱਖਣਾ ਕੀਤਾ ਹੈ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਮੂਲ ਮੰਤਰ ਦੇ ਅੰਦਰ ਵਾਹਿਗੁਰੂ ਜੀ ਦੇ ਸਰੂਪ ਲੱਖਣ ਅਤੇ ਪਰਮੇਸ਼ਰ ਦੀ ਹਸਤੀ ਸਦਾ ਰਹਿਣ ਵਾਲੀ, ਸੱਚੇ ਪਾਤਸ਼ਾਹ ਜੀ ਨੇ ਕਿਹਾ ਤਿੰਨਾਂ ਕਾਲਾਂ ਵਿੱਚ ਰਹਿਣ ਵਾਲੀ, ਇਹ ਸਤਿਗੁਰੂ ਜੀ ਨੇ ਸਾਨੂੰ ਦਰਸਾਇਆ ਹੈ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਇਹ ਪਵਿੱਤਰ ਬਾਣੀ ਹੈ ਜਪਜੀ ਸਾਹਿਬ ਮਾਲਾ ਮੰਤਰ, ਇਹ ਸਤਿਗੁਰਾਂ ਜੀ ਨੇ 3 ਭਾਗ ਨੇ ਮੁੱਖ ਜਪਜੀ ਸਾਹਿਬ ਦੇ। ਇੱਕ ਤਾਂ ਸਿੱਧਾਂ ਨਾਲ ਪ੍ਰਸ਼ਨ ਉੱਤਰ ਵਾ, ਇੱਕ ਸਿੱਖਾਂ ਨਾਲ ਮਹਾਰਾਜ ਜੀ ਦੇ ਪ੍ਰਸ਼ਨ ਉੱਤਰ ਨੇ, ਤੇ ਤੀਸਰਾ ਸਤਿਗੁਰੂ ਜੀ ਕੁਝ ਪੌੜੀਆਂ ਮਹਾਰਾਜ ਜੀ ਨੇ ਸਨਮੁਖ ਬਿਰਤੀ ਨਾਲ ਉਚਾਰਨ ਕੀਤੀਆਂ ਨੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਸੀਗਾ ਸਿੱਧਾਂ ਨੇ, ਜਿਵੇਂ ਸੋਦਰ ਜਿਹੜੇ ਆ ਉਹ ਰਹਿਰਾ ਸਾਹਿਬ ਜੀ ਦਾ ਸੋਦਰ ਥੋੜਾ ਭਿੰਨ ਵਾ ਜਪਜੀ ਸਾਹਿਬ ਨਾਲੋਂ, ਫਿਰ ਆਸਾ ਰਾਗ ਦਾ ਸੋਦਰ ਜਿਹੜਾ ਇਹਨਾਂ ਜਪਜੀ ਸਾਹਿਬ ਤੇ ਰਹਿਰਾਸ ਸਾਹਿਬ ਨਾਲੋਂ ਵੀ ਭਿੰਨ ਵਾ। ਇਹ ਸਤਿਗੁਰੂ ਜੀ ਨੇ ਵੱਖਰੇ ਵੱਖਰੇ ਉਚਾਰਨ ਕੀਤੇ ਆ। ਜਦੋਂ ਸਤਿਗੁਰੂ ਜੀ ਨੂੰ ਸਿੱਧਾਂ ਨੇ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਤਾਂ, ਕਿਉਂਕਿ ਮਹਾਰਾਜ ਸੱਚਖੰਡ ਹੁੰਦੇ ਜਦੋਂ ਆਏ ਆ ਵਾਪਸ ਫਿਰ ਸਤਿਗੁਰੂ ਜੀ, ਤੇ ਮਹਾਰਾਜ ਸਿੱਧਾਂ ਕੋਲ ਸਤਿਗੁਰਾਂ ਜਦੋਂ ਚਰਨ ਪਾਏ ਆ, ਉਦੋਂ ਫਿਰ ਸਿੱਧਾਂ ਨੇ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਮਹਾਰਾਜ ਤੁਸੀਂ ਤਾਂ ਫਿਰ ਪਰਮੇਸ਼ਰ ਦਾ ਦਰਬਾਰ ਵੇਖਿਆ ਹੈ, ਤੇ ਸਾਨੂੰ ਮਹਾਰਾਜ ਦੱਸੋ ਉਹ ਸੱਚਖੰਡ ਦਰਬਾਰ ਜਿਹੜਾ ਪਰਮੇਸ਼ਰ ਦਾ ਕੈਸਾ ਹੈ। ਤੇ ਫਿਰ ਗੁਰੂ ਜੀ ਜਦੋਂ ਦੱਸਣ ਲੱਗੇ ਆ, ਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਨਿਰੰਕਾਰ ਵਾਹਿਗੁਰੂ ਜੀ ਦੇ ਹੀ ਧਿਆਨ 'ਚ ਜੁੜ ਕੇ ਸਨਮੁਖ ਹੋ ਕੇ ਮਹਾਰਾਜ ਸਾਹਿਬ ਜੀ ਕਹਿਣ ਲੱਗ ਪਏ, ਕਿਉਂਕਿ ਉਹ ਪੌੜੀ ਦੀਆਂ ਪੰਕਤੀਆਂ ਜਣਾਉਂਦੀਆਂ ਨਾ, ਸੋ ਦਰ ਤੇਰਾ ਕਿਹਾ, ਉੱਥੇ ਮਹਾਰਾਜ ਸਾਹਿਬ ਜੀ ਪਰਮੇਸ਼ਰ ਨੂੰ ਸੰਬੋਧਨ ਹੋ ਕੇ ਕਹਿ ਰਹੇ ਆ। ਤੇ ਪੁੱਛਿਆ ਪ੍ਰਸ਼ਨ ਭਾਵੇਂ ਸਿੱਧਾਂ ਨੇ ਸੀ, ਸਿੱਖਾਂ ਵੀ ਪੁੱਛਿਆ, ਤੇ ਇੱਕ ਵਾਰੀ ਬੇਬੇ ਨਾਨਕੀ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਿਆ। ਇਵੇਂ ਮਹਾਰਾਜ ਨੇ ਇਹ ਸਨਮੁਖ ਬਿਰਤੀ ਵਿੱਚ ਸਤਿਗੁਰਾਂ ਜੀ ਨੇ ਜਿਹੜੀ ਹੈ ਪਰਮੇਸ਼ਰ ਦੀ ਉਸਤਤੀ, ਵਾਹਿਗੁਰੂ ਦਾ ਜਸ, ਕਿ ਉਹਦਾ ਦਰ ਜਿਹੜਾ ਉਹ ਕਿਹੋ ਜਿਹਾ ਕਹੀਏ, ਜਿਹੜਾ ਹੈ ਉਹ ਕਹਿਣ ਵਿੱਚ ਨਹੀਂ ਆਉਂਦਾ, ਦੱਸਣ ਵਿੱਚ ਨਹੀਂ ਆਉਂਦਾ। ਫਿਰ ਮਹਾਰਾਜ ਨੇ ਕਿਹਾ ਵੀ ਉੱਥੇ ਅਨੇਕਾਂ ਹੀ ਵਜੰਤਰੀ ਜਿਹੜੇ ਆ ਉਹ ਸਾਜ਼ ਵਜਾ ਰਹੇ ਆ, ਅਨੇਕਾਂ ਹੀ ਪੀਰ ਪੈਗੰਬਰ ਜਿਹੜੇ ਆ ਉੱਥੇ ਹੱਥ ਜੋੜ ਕੇ ਖਲੋਤੇ ਆ। ਤੋ ਐਸਾ ਸਤਿਗੁਰਾਂ ਜੀ ਨੇ ਜਿਹੜਾ ਹੈ ਉਹ ਇਸ ਪੌੜੀ ਵਿੱਚ ਸਰੂਪ ਚਿੱਤਰਨ ਕੀਤਾ ਹੈ। ਉਹ ਆਪਾਂ ਜਿਵੇਂ ਜਿਵੇਂ ਕਥਾ ਅੱਗੇ ਚੱਲੇਗੀ ਫਿਰ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਇਹ ਸਿੱਧਾਂ ਨਾਲ ਪ੍ਰਸ਼ਨ ਉੱਤਰ ਜਿਹੜਾ ਹੈ ਉਹ ਆਰੰਭ ਹੁੰਦਾ ਹੈ, ਤੇ ਕਈਆਂ ਦਾ ਇਹ ਖਿਆਲ ਹੈ ਕਿ ਜਿਹੜੀ ਹੈ ਜਪਜੀ ਸਾਹਿਬ ਜੀ ਦੀ ਬਾਣੀ ਇਹ ਗੁਰੂ ਸਾਹਿਬ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਸਿੱਖਾਂ ਵੱਲੋਂ ਰਚੀ ਗਈ ਹੈ। ਇਹ ਬਿਲਕੁਲ ਉਹਨਾਂ ਦਾ ਸੋਚਣਾ ਤੇ ਕਹਿਣਾ ਗਲਤ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਦਾਸੀ ਦੀ ਰੀਤ ਸਤਿਗੁਰਾਂ ਜੀ ਨੇ ਜਿਹੜਾ ਸੀ ਉਦਾਸੀ ਭੇਖ ਛੱਡ ਕੇ ਸੱਚੇ ਪਾਤਸ਼ਾਹ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਮੰਜੀ ਬੈਠ ਕੀਆ ਅਵਤਾਰਾ, ਉੱਥੇ ਸਤਿਗੁਰਾਂ 'ਚ ਫਿਰ ਤਖਤ ਤੇ ਸਤਿਗੁਰੂ ਜੀ ਸੱਜ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ। ਕਰਤਾਰਪੁਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜਦੋਂ ਗਰੀਬ ਨਵਾਜ ਦੀ ਹਜ਼ੂਰੀ ਵਿੱਚ ਆਏ,
ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੇਅੰਤ ਬਖਸ਼ਾਂ ਜਿੱਥੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਉੱਪਰ ਕੀਤੀਆਂ, ਸਤਿਗੁਰਾਂ ਜੀ ਨੇ ਰਾਵੀ ਦੇ ਕੰਢੇ ਤੇ ਹੀ ਇਸ ਕਰਤਾਰਪੁਰ ਸਾਹਿਬ ਜੀ ਦੇ ਪਾਵਨ ਸਥਾਨ ਤੇ, ਜਿੱਥੇ ਭਾਈ ਸਾਹਿਬ ਨੇ ਕਿਹਾ ਕਿ ਮੰਜੀ ਬੈਠ ਕੀਆ ਅਵਤਾਰਾ, ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਰੀ ਬਾਣੀ ਜਿਹੜੀ ਮਹਾਰਾਜ ਥਾਵਾਂ ਥਾਵਾਂ ਤੇ ਉਚਾਰਨ ਕੀਤੀ ਸੀ ਜੀਆਂ ਦੇ ਭਲੇ ਵਾਸਤੇ, ਉਹ ਸਾਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਲਿਖਾਰੀ ਲਾ ਕੇ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਵਾਜ ਨੇ ਉਹ ਸਾਰੀ ਲਿਖਤੀ ਰੂਪ ਉਸ ਬਾਣੀ ਨੂੰ ਦਵਾਇਆ। ਜਪਜੀ ਸਾਹਿਬ ਦੀ ਪਵਿੱਤਰ ਬਾਣੀ ਸਤਿਗੁਰਾਂ ਆਪਣੇ ਸ਼੍ਰੀ ਕੰਠ ਤੋਂ ਉਚਾਰ ਕਰਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਲਿਖਾਰੀ ਲਾ ਕੇ ਤੇ ਸੱਚੇ ਪਾਤਸ਼ਾਹ ਨੇ ਪਵਿੱਤਰ ਬਾਣੀ ਜਿਹੜੀ ਹੈ ਉਹ ਲਿਖਵਾਈ। ਤੇ ਕਈਆਂ ਨੇ ਇਹ ਵੀ ਧਾਰਨਾ ਬਣਾਈ, ਕਿਉਂਕਿ ਕਈ ਗੱਲਾਂ ਪ੍ਰਚਲਿਤ ਹੋ ਜਾਂਦੀਆਂ, ਉਹ ਲਿਖਤੀ ਰੂਪ 'ਚ ਨਹੀਂ ਹੁੰਦੀਆਂ, ਗਾਂਹ ਤੋਂ ਗਾਂਹ ਪ੍ਰਚਲਿਤ ਹੋ ਜਾਂਦੀਆਂ, ਕਿ ਇਹ ਜਪਜੀ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਕਿ ਪੜ੍ਹ ਕੇ ਸਿੱਖ ਨਾ ਮੁਰਦੇ ਜਿੰਦੇ ਕਰਨ ਲੱਗ ਗਏ ਸੀ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਇੱਕ ਪੌੜੀ ਘਟਾ ਦਿੱਤੀ ਵਿੱਚੋਂ ਕਿ ਸਿੱਖ ਜਿਹੜੇ ਆ ਉਹ ਮੁਰਦੇ ਨਾ ਜਿੰਦੇ ਕਰਨ ਲੱਗ ਜਾਣ, ਤੇ ਇੱਕ ਪੌੜੀ ਅਖੇ ਘੱਟ ਵਾ ਇਹ ਜਪਜੀ ਸਾਹਿਬ ਦੀ ਬਾਣੀ 'ਚ। ਪਰ ਇਹ ਇਸ ਤਰ੍ਹਾਂ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦੇ ਸ਼ਬਦ ਨੇ ਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੇ। ਇਸ ਕਰਕੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਗਾਂਹ ਤੋਂ ਗਾਂਹ ਸੁਣ ਕੇ ਉਹਨਾਂ ਨੂੰ ਨਹੀਂ ਅਪਣਾਉਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਪੂਰਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੰਪੂਰਨ ਬਾਣੀ ਬਖਸ਼ਿਸ਼ ਕੀਤੀ ਹੈ। ਤੇ ਜੇ ਕੋਈ ਭਾਵਨਾ ਨਾਲ ਜਪਜੀ ਸਾਹਿਬ ਜੀ ਦਾ ਸ਼ਰਧਾ ਨਾਲ ਪਾਠ ਕਰਦਾ ਹੈ ਤੇ ਇਹ ਅੱਜ ਵੀ ਮੁਰਦੇ ਜਿੰਦੇ ਕਰਨ ਦੀ ਸ਼ਕਤੀ ਇਹ ਬਾਣੀ ਰੱਖਦੀ ਹੈ। ਪਰ ਸਤਿਗੁਰਾਂ ਜੀ ਨੇ ਸਾਨੂੰ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਸਿਖਾਇਆ ਹੈ। ਸੰਸਾਰ ਸਦਾ ਹੀ ਚਲਾਇਮਾਨ ਹੈ, ਇੱਕ ਜਿਹਾ ਨਹੀਂ ਰਹਿੰਦਾ ਹੈ। ਇਸ ਕਰਕੇ ਨਾਸ਼ਵੰਤ ਸੰਸਾਰ ਦੇ ਲਈ ਜਿਹੜਾ ਹੈ ਉਹ ਮਹਾਰਾਜ ਦੇ ਪਿਆਰੇ ਭਗਤ ਉਹ ਖਿੱਚ ਨਹੀਂ ਕਰਦੇ, ਉਹ ਪਕੜ ਨਹੀਂ ਕਰਦੇ। ਵਾਹਿਗੁਰੂ ਦੇ ਪਿਆਰ ਵਿੱਚ ਭੇਜ ਕੇ ਆਪਣਾ ਜੀਵਨ ਜਿਹੜਾ ਹੈ ਉਹ ਜਿੰਨਾ ਵੀ ਪ੍ਰਾਪਤ ਹੋਇਆ ਰਜਾ ਵਿੱਚ ਰਹਿ ਕਰਕੇ ਜਿਉਂਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਪਜੀ ਸਾਹਿਬ ਜੀ ਦੀ ਪਵਿੱਤਰ ਬਾਣੀ ਨੂੰ ਆਪ ਲਿਖਤੀ ਰੂਪ ਮਹਾਰਾਜ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਲਿਖਾਰੀ ਲਾ ਕੇ ਤੇ ਸਤਿਗੁਰੂ ਜੀ ਨੇ ਇਹ ਦਿੱਤਾ ਹੈ ਲਿਖਤੀ ਰੂਪ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸਿੱਧਾਂ ਦੇ ਕੋਲ ਸਤਿਗੁਰੂ ਜੀ ਗਏ ਆ ਸਮੇਰ ਪਰਬਤ ਦੇ ਉੱਤੇ, ਤੇ ਉਸ ਸਮੇਂ ਸਿੱਧ ਤੇ ਜਿਹੜੇ ਸੀ ਉਹਨਾਂ ਨੇ ਆਪਣੀਆਂ ਉਮਰਾਂ ਬਹੁਤ ਵਧਾਈਆਂ ਹੋਈਆਂ ਸੀਗੀਆਂ, ਬਹੁਤ ਲੰਮੀਆਂ ਉਮਰਾਂ ਦਾ ਉਹਨਾਂ ਨੂੰ ਮਾਣ ਸੀਗਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਸਿੱਧਾਂ ਨੂੰ ਜਿਹੜਾ ਉਪਦੇਸ਼ ਦੇਣਾ ਸੀਗਾ ਕਿ ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਮਹਾਰਾਜ ਨੇ ਫਿਰ ਜਦੋਂ ਕਿਹਾ ਕਿ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਕਿ ਸਿੱਧੋ ਤੁਸੀਂ ਤਾਂ ਜਿਹੜੇ ਪਰਬਤਾਂ ਵਿੱਚ ਲੁੱਕ ਕੇ ਬਹਿ ਗਏ ਹੋ, ਦੱਸੋ ਹੁਣ ਜਗਤ ਨੂੰ ਫਿਰ ਜਿਹੜਾ ਹੈ ਉਹ ਸਿੱਧਾ ਰਸਤਾ ਕੌਣ ਵਿਖਾਊਗਾ, ਭਾਵ ਭਗਤੀ ਦੇ ਮਾਰਗ ਤੇ ਕੌਣ ਚਲਾਊਗਾ ਜਗਤ ਦਾ। ਤਾਂ ਫਿਰ ਬੁਰਾ ਹਾਲ ਹੋ ਗਿਆ, ਤੁਸੀਂ ਆਪ ਸਮਾਧੀਆਂ ਲਾ ਕਰਕੇ ਤੇ ਪਰਬਤਾਂ ਵਿੱਚ ਛਿਪ ਕਰਕੇ ਬੈਠ ਗਏ ਆ। ਉਹਨਾਂ ਨੂੰ ਸ਼ੁਭ ਸਿੱਖਿਆ ਦ੍ਰਿੜਾਉਣ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਸਮੇਰ ਪਰਬਤ ਨੂੰ ਚਾਲਾ ਮਾਰਿਆ, ਉਸ ਸਮੇਂ ਦਾ ਪ੍ਰਸੰਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣ ਕਵੀ ਉਹਨਾਂ ਨੇ ਬਹੁਤ ਰੌਚਕ ਪ੍ਰਸੰਗ ਲਿਖਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਮੇਰ ਪਰਬਤ ਤੇ ਜਾਣਾ। ਕਿਉਂਕਿ ਜਿਹੜਾ ਗੋਰਖਨਾਥ ਸੀ ਨਾ, ਇਹ ਸਤਿਗੁਰੂ ਜੀ ਨੂੰ ਪਹਿਲਾਂ ਹੀ ਜਿਹੜਾ ਹੀ ਮਿਲ ਗਿਆ ਸੀ, ਮਹਾਰਾਜ ਦੇ ਦਰਸ਼ਨ ਕਰ ਗਿਆ ਸੀ। ਇਹਨੂੰ ਪਤਾ ਸੀ ਗੋਰਖਨਾਥ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੋਈ ਹੋਰ ਦੇਵੀ ਦੇਵਤੇ ਦਾ ਅਵਤਾਰ ਨਹੀਂ, ਗੁਰੂ ਨਾਨਕ ਸਾਹਿਬ ਖੁਦ ਆਪ ਪਰਮੇਸ਼ਰ ਸਰੂਪ ਹਨ, ਆਪ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਰੂਪ ਧਾਰਨ ਕੀਤਾ ਹੈ। ਇਹ ਗੋਰਖਨਾਥ ਨੂੰ ਪਤਾ ਲੱਗ ਗਿਆ ਸੀ। ਤੇ ਪਰ ਗੋਰਖਨਾਥ ਨੂੰ ਇਹ ਵੀ ਪਤਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਸਮੇਰ ਪਰਬਤ ਤੇ ਇਹ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਵੀ ਕਰ ਆਇਆ ਸੀ ਕਿ ਮਹਾਰਾਜ ਤੁਸੀਂ ਸਮੇਰ ਪਰਬਤ ਤੇ ਆਓ। ਤੇ ਜਦੋਂ ਫਿਰ ਗੁਰੂ ਸਾਹਿਬ ਜੀ ਦੇ ਆਉਣ ਦਾ ਗੋਰਖਨਾਥ ਨੂੰ ਪਤਾ ਲੱਗਾ ਤੇ ਇਹਨੂੰ ਪਤਾ ਸੀ ਕਿ ਮੇਰੇ ਜਿਹੜੇ ਨਾਲ ਦੇ ਸਾਰੇ ਸਿੱਧ ਵਾ ਇਹ ਹੰਕਾਰੀ ਹੈ, ਸ਼ਕਤੀਆਂ ਦਾ ਮਾਣ ਹੈ ਇਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨੀ ਨਹੀਂ ਲੱਗਣਾ। ਤੇ ਇਹਨਾਂ ਦਾ ਮਾਣ ਪਹਿਲੋਂ
ਗਵਾਉਣਾ ਚਾਹੀਦਾ, ਨਾ ਮਾਨ ਤੋੜਨਾ ਚਾਹੀਦਾ। ਇਹ ਮਨ ਵਿੱਚ ਧਾਰਨਾ ਕਰਕੇ ਫਿਰ ਗੋਰਖਨਾਥ ਨੇ ਸਾਰੇ ਸਿੱਧਾਂ ਦੀ ਸਭਾ ਬੁਲਾਈ ਤੇ ਸਾਰੇ ਸਿੱਧਾਂ ਨੂੰ ਦੱਸਿਆ ਵੀ ਮਹਾਰਾਜ ਵੱਲੋਂ ਕਿ ਉਹ ਇੱਕ ਮਹਾਰਾਜ ਦੇ ਵੱਲੋਂ ਤਪਾ ਕਹਿੰਦੇ ਸੀ ਕਿ ਉਹ ਇੱਧਰ ਨੂੰ ਆ ਰਹੇ ਸਮੇਰ ਪਰਬਤ ਤੇ ਜਾਓ, ਤੁਸੀਂ ਉਹਨਾਂ ਨੂੰ ਜਾ ਕੇ ਰੋਕੋ, ਪਿੱਛੇ ਮੋੜ ਦਿਓ, ਤੇ ਜੇ ਉਹ ਅੱਗੇ ਆਉਣ ਦੀ ਜਿੱਦ ਕਰਦੇ ਤੇ ਆਪਣਾ ਚੇਲਾ ਬਣਾ ਕੇ ਇੱਥੇ ਲਿਆਓ, ਯੋਗ ਪੰਥ ਵਿੱਚ ਲੈ ਕੇ ਉਹਨਾਂ ਨੂੰ ਇੱਥੇ ਆਓ। ਜਦੋਂ ਇਸ ਪ੍ਰਕਾਰ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਰੋਕਣ ਲਈ ਜਿਹੜੇ ਸਿੱਧ ਸੀ, ਉਹ ਬੜੇ ਬੜੇ ਸਿੱਧ ਜਿਹੜੇ ਆਪਣੇ ਸ਼ਕਤੀਆਂ ਦਾ ਮਾਣ ਰੱਖਦੇ ਸੀ, ਉਹ ਮਹਾਰਾਜ ਸਾਹਿਬ ਜੀ ਨੂੰ ਰੋਕਣ ਲਈ ਫਿਰ ਆਉਣ ਲੱਗੇ। ਤੇ ਇਵੇਂ ਵੱਖਰੇ ਵੱਖਰੇ ਸਿੱਧ ਦੇ ਨਾਲ ਜਿਹੜੇ ਪ੍ਰਸ਼ਨ ਉੱਤਰ ਹੋਏ, ਉਹਦਾ ਵਿਸਥਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਪਿਆਰ ਸਹਿਤ, ਬੜੇ ਵਿਸਥਾਰ ਸਹਿਤ ਲਿਖਿਆ ਵਾ। ਤੇ ਪਹਿਲੋਂ ਤਾਂ ਮਹਾਰਾਜ ਜੀ ਨੂੰ ਆ ਕੇ ਜਿਹੜੇ ਸੀ ਗਿਆਨ ਪੱਖ ਤੋਂ ਪ੍ਰਸ਼ਨ ਉੱਤਰ ਕਰਦੇ ਤੇ ਗੁਰੂ ਸਾਹਿਬ ਜੀ ਦੇ ਕੋਲੋਂ ਫਿਰ ਹਾਰ ਖਾ ਲੈਂਦੇ। ਜਦੋਂ ਹਰੇਕ ਪ੍ਰਸ਼ਨ ਦਾ ਮਹਾਰਾਜ ਉੱਤਰ ਦਿੰਦੇ, ਕੋਈ ਸਰੀਰ ਦੇ ਭੇਦ ਪੁੱਛਦਾ, ਕੋਈ ਬ੍ਰਹਿਮੰਡ ਦੇ ਭੇਦ ਪੁੱਛਦਾ। ਹੁਣ ਨਿਰੰਕਾਰ ਵਾਹਿਗੁਰੂ ਜੀ ਨੂੰ ਪੁੱਛਦੇ ਜਿਨ੍ਹਾਂ ਨੇ ਇਹ ਦੇਹਾਂ ਦੀਆਂ ਰਚਨਾ ਕੀਤੀ ਆ, ਜਿਨ੍ਹਾਂ ਨੇ ਬ੍ਰਹਿਮੰਡ ਰਚਿਆ। ਸਤਿਗੁਰੂ ਜੀ ਮੁਸਕਰਾ ਕੇ ਸਾਰੇ ਪ੍ਰਸ਼ਨਾਂ ਦੇ ਮਹਾਰਾਜ ਉੱਤਰ ਦਿੰਦੇ ਤੇ ਜਦੋਂ ਪ੍ਰਸ਼ਨਾਂ ਵਿੱਚ ਫਿਰ ਨਿਰੁੱਤਰ ਹੋ ਜਾਂਦੇ, ਅੱਗੋਂ ਕੋਈ ਜਵਾਬ ਨਾ ਆਉਂਦਾ, ਫਿਰ ਆਪਣੀ ਜਿਹੜੀ ਸੀ ਸ਼ਕਤੀ ਉਹ ਰਿੱਧੀਆਂ ਸਿੱਧੀਆਂ ਪ੍ਰਗਟ ਕਰਕੇ ਮਹਾਰਾਜ ਨੂੰ ਪਿੱਛੇ ਮੋੜਨ ਦਾ ਯਤਨ ਕਰਦੇ। ਤੇ ਇੱਕ ਥਾਂ ਜ਼ਿਕਰ ਆਉਂਦਾ ਕਿ ਜਿਸ ਪੱਥਰ ਦੇ ਉੱਤੇ ਸਤਿਗੁਰੂ ਜੀ ਬੈਠੇ ਸੀਗੇ, ਉਹਨੂੰ ਹੀ ਉਡਾਉਣ ਦਾ ਜਦੋਂ ਸਿੱਧ ਨੇ ਯਤਨ ਕੀਤਾ ਤੇ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਆਪਣੀ ਇਹ ਰਿੱਧੀ ਸਿੱਧੀ ਦੀ ਸ਼ਕਤੀ ਜਿਹੜੀ ਆ ਨਾ, ਉਹ ਆਪਣੀ ਸ਼ਕਤੀ ਵਰਤ ਰਿਹਾ ਪੱਥਰ ਨੂੰ ਉਡਾਉਣ ਵਾਸਤੇ। ਸ੍ਰੀ ਗੁਰੂ ਜੀ ਉੱਤੇ ਬੈਠੇ ਮੁਸਕਰਾਉਂਦੇ ਰਹੇ, ਆਪਣੀ ਸਾਰੀ ਸ਼ਕਤੀ ਲਾ ਕੇ ਤੇ ਫਿਰ ਸ਼ਰਮਿੰਦਾ ਹੋ ਕੇ ਪਿੱਛੇ ਮੁੜ ਗਿਆ। ਹਾਰ ਖਾ ਖਾ ਕੇ ਸਿੱਧ ਜਿਹੜੇ ਸੀ ਬਾਰ-ਬਾਰ ਆਉਣ ਲੱਗੇ, ਕਦੀ ਕੋਈ ਰੋਕਣ ਜਾਂਦਾ ਮਹਾਰਾਜ ਨੂੰ, ਕਦੇ ਕੋਈ ਰੋਕਣ ਜਾਂਦਾ, ਤੇ ਕਦੇ ਕੋਈ ਇਹੋ ਜਿਹਾ ਵੀ ਜਿਹੜਾ ਕੋਈ ਪਰਮੇਸ਼ਰ ਦੇ ਪਿਆਰ ਵਾਲਾ ਤੇ ਉਹਨੂੰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਪਾ ਕੇ ਸਤਬੁੱਧੀ ਪ੍ਰਾਪਤ ਹੁੰਦੀ ਹੈ, ਉਹ ਮਹਾਰਾਜ ਦੇ ਚਰਨੀ ਲੱਗ ਜਾਂਦਾ। ਉਦੋਂ ਹੀ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਨਿਹਾਲ ਹੋ ਕੇ ਜਾ ਕੇ ਗੋਰਖਨਾਥ ਨੂੰ ਫਿਰ ਇਹੋ ਜਿਹੇ ਵੀ ਸਿੱਧ ਸੀ ਜਿਨ੍ਹਾਂ ਨੇ ਕਿਹਾ ਕਿ ਗੋਰਖ ਜੀ ਉਹ ਆਪ ਖੁਦ ਪਰਮੇਸ਼ਰ ਵਾ, ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ। ਇਸੇ ਕਰਕੇ ਹੀ ਜਿਹੜੇ ਸੀ ਫਿਰ ਗੋਰਖਨਾਥ ਨੂੰ ਜਿਹੜਾ ਸੀ ਮੁਖੀ ਇੱਕ ਸਿੱਧ ਨੇ ਕਿਹਾ ਸੀਗਾ ਕਿ ਤੁਹਾਨੂੰ ਪਤਾ ਗੋਰਖਨਾਥ ਜੀ ਕਿ ਗੁਰੂ ਨਾਨਕ ਸਾਹਿਬ ਨੂੰ ਜਿੱਤਿਆ ਨਹੀਂ ਜਾ ਸਕਦਾ, ਤੇ ਤੁਸੀਂ ਇਹਨਾਂ ਨੂੰ ਬਾਰ-ਬਾਰ ਗੁਰੂ ਨਾਨਕ ਸਾਹਿਬ ਨੂੰ ਜਿੱਤਣ ਵਾਸਤੇ ਕਿਉਂ ਭੇਜਦੇ ਪਏ ਆ? ਕਿਉਂਕਿ ਜਦੋਂ ਇੱਕ ਹਾਰ ਖਾ ਕੇ ਆਉਂਦਾ ਸੀ, ਦੂਸਰੇ ਨੂੰ ਗੁੱਸਾ ਚੜ੍ਹਦਾ ਸੀ ਕਿ ਮੈਂ ਜਾਣਾ, ਮੈਨੂੰ ਦਿਓ ਤੁਸੀਂ ਆਗਿਆ। ਗੋਰਖਨਾਥ ਫਿਰ ਇਉਂ ਇੱਕ ਇੱਕ ਦਾ ਮਾਣ ਗਵਾ ਰਿਹਾ ਸੀ। ਉਹਨੇ ਫਿਰ ਕਿਹਾ ਵੀ ਤੁਹਾਨੂੰ ਜਦੋਂ ਪਤਾ ਗੁਰੂ ਨਾਨਕ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਦਾ ਤੇ ਤੁਸੀਂ ਇਹਨਾਂ ਨੂੰ ਭੇਜਦੇ ਕਿਉਂ ਆ? ਉਹਨੇ ਫਿਰ ਗੋਰਖਨਾਥ ਨੇ ਕਿਹਾ ਮੈਨੂੰ ਪਤਾ ਗੁਰੂ ਨਾਨਕ ਸਾਹਿਬ ਨੂੰ ਕੋਈ ਜਿੱਤ ਨਹੀਂ ਸਕਦਾ, ਪਰ ਇਹਨਾਂ ਨੂੰ ਮੈਂ ਤਾਂ ਭੇਜ ਰਿਹਾ ਕਿ ਇਹਨਾਂ ਦਾ ਹੰਕਾਰ ਟੁੱਟ ਜੇ, ਇਹਨਾਂ ਦਾ ਮਾਣ ਨਿਕਲ ਜੇ ਅੰਦਰੋਂ। ਜੇ ਇਹ ਮਾਣ ਵਿੱਚ ਰਹੇ ਨਾ ਤੇ ਇਹਨਾਂ ਨੇ ਗੁਰੂ ਜੀ ਕੋਲੋਂ ਉਪਦੇਸ਼ ਨਹੀਂ ਲੈਣਾ। ਇਹਨਾਂ ਦੇ ਮਾਣ ਨੂੰ ਗਵਾਉਣ ਵਾਸਤੇ ਮੈਂ ਭੇਜ ਰਿਹਾ ਇਹਨਾਂ ਨੂੰ। ਤੇ ਇਉਂ ਫਿਰ ਸਤਿਗੁਰੂ ਜੀ ਨੂੰ ਲੈਣ ਵਾਸਤੇ ਭੇਜਿਆ ਕਿ ਹੁਣ ਮਹਾਰਾਜ ਨੂੰ ਸਤਿਕਾਰ ਨਾਲ ਲੈ ਕੇ ਆਓ। ਜਦੋਂ ਹੋਰ ਕੋਈ ਚਾਰਾ ਨਹੀਂ ਚੱਲਿਆ, ਸਾਰੇ ਸਿੱਧ ਜਿਹੜੇ ਸੀ ਬੇਵੱਸ ਹੋ ਗਏ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਅਸੀਂ ਆਪ ਆ ਰਹੇ ਚੱਲ ਕੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਸਮੇਰ ਪਰਬਤ ਤੇ ਜਦੋਂ ਪਹੁੰਚੇ ਆ, ਉਦੋਂ ਦਾ ਵੀ ਹਾਲ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਉਹ ਫਿਰ ਸਤਿਗੁਰੂ ਜੀ ਨੂੰ ਕਹਿੰਦੇ ਆ ਕਿ ਬਾਲੇ ਕੌਣ ਸ਼ਕਤ ਤੁਮ ਇਹਾਂ ਲਿਆਈ, ਕਿ ਮਨੁੱਖ ਦੀ ਤਾਂ ਸ਼ਕਤੀ ਨਹੀਂ ਇੱਥੇ ਆਉਣ ਦੀ, ਤੇ ਕਿਹੜੀ ਸ਼ਕਤੀ ਜਿਹੜੀ ਆ ਉਹ ਤੁਹਾਨੂੰ ਇੱਥੇ ਲੈ ਕੇ ਆਈ ਆ। ਬਾਲਾ ਸ਼ਬਦ ਸਤਿਗੁਰੂ ਜੀ ਨੂੰ ਵਰਤਿਆ ਕਿਉਂਕਿ ਆਪਣੀਆਂ ਉਮਰਾਂ ਉਹਨਾਂ ਨੇ ਲੰਮੀਆਂ ਵਧਾਈਆਂ ਸੀਗੀਆਂ ਤੇ ਆਪਣੀ ਲੰਮੀਆਂ ਉਮਰਾਂ ਦਾ ਮਾਣ ਕਰਦੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਆਪ ਹੀ ਸਾਰਿਆਂ ਦੇ ਪਿਤਾ ਰੂਪ ਹਨ, ਉਹਨਾਂ ਨੂੰ ਇਹ ਸ਼ਬਦ ਵਰਤੇ ਆ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਹਵਾਲੇ ਦਿੱਤੇ ਆ, ਲਿਖੇ ਆ। ਤੇ ਮਹਾਰਾਜ ਜੀ ਨੂੰ ਉਹਨਾਂ ਨੇ ਪੁੱਛਿਆ ਬਾਲੇ ਕੌਣ ਸ਼ਕਤ ਤੁਮ ਇਹਾਂ ਲਿਆਈ, ਤੇ ਸਤਿਗੁਰੂ ਜੀ ਨੇ ਅੱਗੋਂ ਇਹ ਜਵਾਬ ਦਿੱਤਾ ਹਉ ਜਪਿਓ ਪਰਮੇਸ਼ਰੋ, ਭਾਓ ਭਗਤ ਸੰਗ ਤਾੜੀ ਲਾਈ।
ਨਾਨਕ ਆਖੈ ਨਾਥ ਜੀ, ਸਾਧ ਸੰਗਤ ਬਿਨ ਦੂਜੀ ਓਟ ਨਹੀਂ ਮਨ ਰਾਈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਨੂੰ ਪਰਮੇਸ਼ਰ ਦੀ ਤੇ ਸਾਧ ਸੰਗਤ ਦੀ ਸ਼ਕਤੀ ਇੱਥੇ ਲੈ ਕੇ ਆਈ ਹੈ। ਅਸੀਂ ਪਰਮੇਸ਼ਰ ਦਾ ਨਾਮ ਜਪਿਆ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਏਡੀ ਵੱਡੀ ਨਿਮਰਤਾ ਹੈ ਕਿ ਮਹਾਰਾਜ ਸਾਨੂੰ ਨਾਮ ਨਾਲ ਜੋੜਿਆ। ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ ਨੇ ਕਿਹਾ ਸਾਨੂੰ ਸਾਧ ਸੰਗਤ ਤੋਂ ਬਿਨਾਂ ਹੋਰ ਕੋਈ ਦੂਜੀ ਰਾਈ ਜਿੰਨੀ ਵੀ ਓਟ ਨਹੀਂ, ਆਸਰਾ ਨਹੀਂ ਹੈ। ਸਾਨੂੰ ਤਾਂ ਸਾਧ ਸੰਗਤ ਦੀ ਓਟ ਹੈ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਫਿਰ ਸਿੱਧਾਂ ਨੇ ਜਿਹੜੇ ਸੀ ਉਹ ਪ੍ਰਸ਼ਨ ਕਰਨੇ ਸ਼ੁਰੂ ਕੀਤੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਹੜੇ ਉਹਨਾਂ ਨੇ ਪ੍ਰਸ਼ਨ ਕੀਤੇ ਆ, ਇੱਥੋਂ ਜਿਹੜੀ ਹੈ ਪਹਿਲੀ ਪੌੜੀ ਦੀ ਅੱਗੇ ਜਿਹੜੀ ਹੈ ਉਹ ਆਰੰਭਤਾ ਹੁੰਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਉਹਨਾਂ ਨੇ ਪੁੱਛਿਆ, ਅੱਜ 15 ਮਿੰਟ ਰਹਿੰਦੇ ਆ ਤੇ ਆਪਾਂ ਆਰੰਭ ਕਰ ਲੈਨੇ ਆ, ਜਿਵੇਂ ਸਤਿਗੁਰੂ ਜੀ ਨੂੰ ਗਰੀਬ ਨਿਵਾਜ ਨੂੰ ਭਾਏਗਾ। ਤੇ ਸਤਿਗੁਰੂ ਜੀ ਨੂੰ ਉਹਨਾਂ ਨੇ ਪੁੱਛਿਆ ਸੀ, ਮਹਾਰਾਜ ਦੇ ਕੋਲ ਪ੍ਰਸ਼ਨ ਕੀਤਾ ਕਿ ਇਹ ਜਿਸ ਤਰ੍ਹਾਂ ਸਤਿਗੁਰੂ ਜੀ ਉਹਨਾਂ ਨੂੰ ਪ੍ਰਸ਼ਨ ਕਰਦੇ ਆ ਤੇ ਫਿਰ ਉਹ ਮਹਾਰਾਜ ਨੂੰ ਪੁੱਛਦੇ ਆ। ਇਹ ਜਪਜੀ ਸਾਹਿਬ ਦੇ ਵਿੱਚ, ਪਰ ਬਾਣੀ ਸਾਰੀ ਸਤਿਗੁਰਾਂ ਜੀ ਦੀ ਸ਼੍ਰੀ ਮੁਖ ਵਾਕ ਹੈ। ਮਹਾਰਾਜ ਸਾਹਿਬ ਜੀ ਨੇ ਫਿਰ ਜਦੋਂ ਸਿੱਧਾਂ ਨੂੰ ਇਹ ਪੁੱਛਿਆ ਕਿ ਸਿੱਧੋ ਦੱਸੋ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਾ ਪਾਲ। ਕਿਸ ਤਰ੍ਹਾਂ ਜਿਹੜਾ ਹੈ ਤੁਸੀਂ ਇੱਥੇ ਬੜੇ ਬੜੇ ਸਾਧਨ ਕਰਦੇ ਹੋ, ਦਸਮ ਦਵਾਰ ਵਿੱਚ ਸੁਰਤ ਚੜਾਉਂਦੇ ਹੋ, ਰਿੱਧੀਆਂ ਸਿੱਧੀਆਂ ਤੁਸੀਂ ਜਿਹੜੀਆਂ ਹਨ ਉਹ ਕਮਾਉਣਾ ਕੀਤੀਆਂ। ਦੱਸੋ ਜੀਵ ਦਾ ਹਿਰਦਾ ਸਚਿਆਰ ਕਿਵੇਂ ਹੋ ਸਕਦਾ, ਤੇ ਉਹਦੇ ਅੰਦਰੋਂ ਝੂਠ ਦੀ ਕੰਧ ਜਿਹੜੀ ਹੈ ਨਾ, ਪਾਲ ਕੰਧ, ਝੂਠ ਦਾ ਪਰਦਾ, ਉਹ ਕਿਵੇਂ ਟੁੱਟ ਸਕਦਾ, ਕਿਵੇਂ ਨਾਸ ਹੋ ਸਕਦਾ। ਉਹਨਾਂ ਫਿਰ ਜਿਹੜੇ ਆ ਆਪਣੇ ਸਾਧਨ ਦੱਸਣੇ ਸ਼ੁਰੂ ਕੀਤੇ ਆ ਕਿ ਅਸੀਂ ਜੀਵ ਦਾ ਹਿਰਦਾ ਕਿਵੇਂ ਸਚਿਆਰ ਕਰ ਸਕਦੇ ਹਾਂ, ਤੇ ਕਿਵੇਂ ਜੀਵ ਦੇ ਅੰਦਰੋਂ ਸੰਸਾਰ ਜਿਹੜਾ ਝੂਠਾ ਹੈ ਇਹਦਾ ਮੋਹ ਨਾਸ਼ ਹੋ ਸਕਦਾ, ਤੇ ਵਕਾਰਾਂ ਤੋਂ ਜੀਵ ਕਿਵੇਂ ਛੁੱਟ ਸਕਦਾ, ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਛੁੱਟ ਸਕਦਾ। ਉਹ ਜਿਹੜੇ ਸਿੱਧਾਂ ਦੇ ਸਾਧਨ ਮੈਂ ਉਹ ਉਹਨਾਂ ਨੇ ਦੱਸਣੇ ਸ਼ੁਰੂ ਕੀਤੇ। ਤੇ ਗੁਰੂ ਸਾਹਿਬ ਜੀ ਨੇ ਫਿਰ ਇੱਕ ਇੱਕ ਸਾਧਨ ਜਿਹੜਾ ਉਹਨਾਂ ਦਾ ਦੱਸਿਆ ਕਿ ਇਹ ਕਾਰਗਰ ਨਹੀਂ ਹੈ, ਇਹ ਨਿਸਫਲ ਜਾਏਗਾ, ਇਹਦੇ ਨਾਲ ਜੀਵ ਦੇ ਅੰਦਰ ਜਿਹੜਾ ਨਾ ਉਹਦਾ ਸਚਿਆਰ ਨਹੀਂ ਹੋ ਸਕਦਾ, ਉਹਦੇ ਅੰਦਰੋਂ ਝੂਠ ਦੀ ਕੰਧ ਨਹੀਂ ਟੁੱਟ ਸਕਦੀ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਪੁੱਛਿਆ ਤਾਂ ਉਹਨਾਂ ਨੇ ਫਿਰ ਦੱਸਣਾ ਸ਼ੁਰੂ ਕੀਤਾ। ਪਹਿਲਾ ਸਾਧਨ ਸਤਿਗੁਰੂ ਜੀ ਨੂੰ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਹੈ ਸੁੱਚ ਪਵਿੱਤਰਤਾ ਜਿਹੜੀ ਹੈ ਉਹ ਰੱਖਣ ਨਾਲ ਜੀਵ ਦਾ ਹਿਰਦਾ ਹੀ ਸਚਿਆਰ ਕਰ ਸਕਦੇ ਆ। ਸੁੱਚ ਪਵਿੱਤਰਤਾ ਦੇ ਸਾਧਨ ਜਿਹੜੇ ਆ ਉਹਨਾਂ ਨਾਲ ਜੀਵ ਦਾ ਹਿਰਦਾ ਸਚਿਆਰ ਹੋ ਸਕਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਇਹ ਜਿਹੜਾ ਸੀ ਇਹਨਾਂ ਦਾ ਸਾਧਨ, ਪਹਿਲੀ ਪੰਕਤੀ ਮਹਾਰਾਜ ਨੇ ਉਚਾਰਨ ਕੀਤੀ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਦੀ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਚਾਹੇ ਕੋਈ ਲੱਖਾਂ ਵਾਰ ਹੀ ਇਸ਼ਨਾਨ ਕਰ ਲਵੇ, ਸੁੱਚ ਪਵਿੱਤਰਤਾ ਕਰ ਲਵੇ, ਪਰ ਕੀ ਮਨ ਦੀ ਸੁੱਚ ਸਰੀਰ ਦੀ ਸੁੱਚਮਤਾ ਨਾਲ ਹੋ ਸਕਦੀ ਹੈ? ਨਹੀਂ ਹੋ ਸਕਦੀ ਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਮਨ ਜਿਹੜਾ ਮੈਲਾ ਨਾ ਵਿਕਾਰਾਂ ਦੇ ਸਹਿਤ, ਬਾਹਰੋਂ ਸਰੀਰ ਦੇ ਧੋਣੇ ਕਰਕੇ, ਸੁੱਚਮਤਾ ਰੱਖਣੇ ਕਰਕੇ ਸਿੱਧੋ ਮਨ ਦੀ ਮੈਲ ਜਿਹੜੀ ਹੈ ਨਾ ਉਹ ਨਹੀਂ ਉਤਰਦੀ। ਜਿਵੇਂ ਸਤਿਗੁਰੂ ਜੀ ਨੇ ਕਿਹਾ ਨਾ ਕਿ ਬਾਹਰ ਧੋਤੀ ਤੂੰਮੜੀ ਅੰਦਰ ਵਿਸ ਨਿਕੋਰ, ਲੌਕੀ 68 ਤੀਰਥ ਨਹਾਈ ਕੌਰਾਪਨ ਤਉ ਨਾ ਜਾਈ। ਜਿਵੇਂ ਭਗਤ ਕਬੀਰ ਸਾਹਿਬ ਦੀ ਉਹ ਸਾਖੀ ਆਉਂਦੀ ਆ, ਤੋ ਕਬੀਰ ਸਾਹਿਬ ਜੀ ਦੇ ਕੋਲ ਨਾ ਸਾਰੇ ਪੰਡਤ ਆਏ ਇਕੱਠੇ ਹੋ ਕੇ, ਕਹਿਣ ਲੱਗੇ ਕਬੀਰ ਜੀ ਚਲੋ ਤੁਹਾਨੂੰ 68 ਤੀਰਥਾਂ ਤੇ ਅਸੀਂ ਚੱਲੇ ਆ ਜਥਾ ਬਣਾ ਕੇ, ਤੇ ਨਾਲ ਲੈ ਚੱਲੀਏ ਤੁਹਾਨੂੰ ਵੀ, ਤੇ ਤੁਸੀਂ ਨਾਲੇ ਯਾਤਰਾ ਕਰ ਲਿਓ, ਤੁਹਾਡਾ ਭਲਾ ਹੋ ਜਾਏਗਾ। ਕਬੀਰ ਜੀ ਕਹਿਣ ਲੱਗੇ ਬਈ ਅਸੀਂ ਤਾਂ ਨਹੀਂ ਤੀਰਥਾਂ ਤੇ ਜਾਣਾ, ਸਾਡਾ ਤਾਂ ਇੱਕੋ ਤੀਰਥ ਹੈ ਨਾਮ। ਤੇ ਉਹ ਫਿਰ ਜਿੱਦ ਕਰਨ ਲੱਗੇ ਕਿ ਨਹੀਂ ਕਬੀਰ ਜੀ ਤੁਸੀਂ ਚੱਲੋ ਸਾਡੇ ਨਾਲ ਜ਼ਰੂਰ। ਉਹਨਾਂ ਨੂੰ ਕਬੀਰ ਜੀ ਚੱਲਣਗੇ, ਤੀਰਥਾਂ ਦਾ ਮਹਾਤਮ ਹੋਰ ਪ੍ਰਗਟ ਹੋਊਗਾ।
ਤੇ ਕਬੀਰ ਜੀ ਨੇ ਫਿਰ ਉਹਨਾਂ ਦੇ ਜ਼ਿਆਦਾ ਜਿੱਦ ਕਰਨ ਤੋਂ ਆਪਣੀ ਨਾ ਇੱਕ ਲੌਕੀ ਦਿੱਤੀ ਕੋਲੋਂ। ਕਹਿਣ ਲੱਗੇ ਕਿ ਲਓ ਸਾਡੀ ਤੁਸੀਂ ਲੌਕੀ, ਇਹਦਾ ਇਸ਼ਨਾਨ ਕਰਾ ਲਿਆਇਓ। ਤੇ ਕੌੜੀ ਹੁੰਦੀ ਆ ਨਾ, ਤੇ ਉਹ ਲੈ ਕੇ ਫਿਰ ਚਲੇ ਗਏ। ਜਦੋਂ 68 ਤੀਰਥਾਂ ਦੀ ਯਾਤਰਾ ਕਰਕੇ ਮੁੜੇ ਤੇ ਕਬੀਰ ਜੀ ਨੇ ਫਿਰ ਉਹਨਾਂ ਨੂੰ, ਜਦੋਂ ਉਹ ਆਏ ਕਬੀਰ ਜੀ ਦੇ ਕੋਲ ਤੇ ਲੌਕੀ ਵਾਪਸ ਦਿੱਤੀ। ਕਬੀਰ ਜੀ ਨੇ ਪੁੱਛਿਆ ਬਈ ਤੁਸੀਂ ਸਾਡੀ ਲੌਕੀ ਦਾ ਇਸ਼ਨਾਨ ਕਰਵਾਇਆ ਸੀ 68 ਤੀਰਥਾਂ ਤੇ ਪੰਡਤ ਅੱਗੋਂ ਕਹਿਣ ਲੱਗੇ ਮਹਾਰਾਜ ਅਸੀਂ ਤੇ ਇੱਕ ਟੁੱਬੀ ਲਾਈ, ਤੁਹਾਡੀ ਲੌਕੀ ਨੂੰ ਅਸੀਂ 5-5 ਟੁੱਬੇ ਲਵਾਏ ਤੇ ਇਹਦਾ ਇਸ਼ਨਾਨ ਅਸੀਂ 5-5 ਵਾਰੀ ਕਰਾਇਆ। ਕਬੀਰ ਜੀ ਕਹਿੰਦੇ ਬੜਾ ਭਲਾ ਹੋਇਆ, ਤੁਸੀਂ ਤੀਰਥ ਯਾਤਰਾ ਕਰਕੇ ਆਏ ਹੋ ਤੇ ਸਾਨੂੰ ਦਿਨ ਦੱਸੋ, ਕਿਸੇ ਦਿਨ ਅਸੀਂ ਤੁਹਾਡਾ ਪ੍ਰਸ਼ਾਦਾ ਵਰਜੀਏ, ਸੇਵਾ ਕਰੀਏ ਤੁਹਾਡੀ। ਤੇ ਉਹ ਫਿਰ ਦਿਨ ਨਿਯਤ ਕੀਤੇ ਤੇ ਕਬੀਰ ਜੀ ਨੇ ਉਹਨਾਂ ਦਾ ਲੰਗਰ ਵਰਜਿਆ। ਤੇ ਜਿਹੜੀ ਉਹ ਲੌਕੀ ਸੀ ਨਾ, ਉਹਦੀ ਕਬੀਰ ਜੀ ਨੇ ਚਟਣੀ ਬਣਾ ਕੇ ਫਿਰ ਸਾਰਿਆਂ ਨੂੰ ਵਰਤਾਈ ਲੰਗਰ 'ਚ। ਤੇ ਉਹ ਫਿਰ ਜਦੋਂ ਕੌੜੀ ਲੌਕੀ ਮੂੰਹ 'ਚ ਪਾਉਣ ਤੇ ਉਹ ਥੂ ਥੂ ਕਰਨ, ਕਹਿਣ ਲੱਗੇ ਕਬੀਰ ਇਹ ਤੂੰ ਕੀ ਕੀਤਾ ਵੀ ਇੰਨੀ ਕੌੜੀ ਲੌਕੀ ਤੇ ਤੂੰ ਸਾਨੂੰ ਮਖੌਲ ਕੀਤਾ। ਕਬੀਰ ਜੀ ਕਹਿੰਦੇ ਵੀ ਇਹ ਅਜੇ ਵੀ ਕੌੜੀ ਰਹਿ ਗਈ ਹੈ, ਵੀ ਇੰਨਾ ਤੁਸੀਂ ਇਹਨੂੰ ਤੀਰਥਾਂ ਤੇ ਇਸ਼ਨਾਨ ਕਰਾਇਆ ਤੇ ਅਜੇ ਵੀ ਇਹਦਾ ਕੌੜਾਪਣ ਨਹੀਂ ਗਿਆ। ਤੇ ਫਿਰ ਪੰਡਤਾਂ ਨੂੰ ਸਮਝ ਪਈ ਕਿ ਬਾਹਰਲੇ ਕਰਮਕਾਂਡ ਜਿਹੜੇ ਆ ਉਹ ਅੰਦਰ ਦੀ ਮੈਲ ਜਿਹੜੀ ਆ ਨਾ, ਪਾਪਾਂ ਦੀ, ਵਿਕਾਰਾਂ ਦੀ, ਉਹਨੂੰ ਨਹੀਂ ਧੋਂਦੇ। ਬਾਹਰ ਦੀ ਸੁੱਚਮਤਾ, ਇਹਦਾ ਹੁਣ ਦੂਸਰਾ ਭਾਵ ਵੀ ਸਮਝਣਾ, ਕਿਉਂਕਿ ਜੇ ਇਹ ਇੱਕ ਸਾਧਨ ਹੈ, ਬਾਹਰਲੀ ਸੁੱਚਮਤਾ ਕੋਈ ਨਾ ਰੱਖੇ ਤੇ ਜਿਹੋ ਜੀ ਮਰਜ਼ੀ ਝੂਠ ਮੀਠ ਖਾਈ ਜਾਵੇ, ਉਹ ਵੀ ਸਤਿਗੁਰਾਂ ਜੀ ਦੀ ਆਗਿਆ ਨਹੀਂ। ਕਿਉਂਕਿ ਸੱਚੇ ਪਾਤਸ਼ਾਹ ਨੇ ਸੁੱਚਮਤਾ ਇੱਕ ਸਾਧਨ ਦੱਸਿਆ ਹੈ। ਸਦਾ ਹੀ ਵਾਹਿਗੁਰੂ ਦੇ ਪਿਆਰੇ ਭਗਤ ਸੰਤ ਉਹ ਸਰੀਰ ਦੀ ਵੀ ਸੁੱਚਮਤਾ ਰੱਖਦੇ ਆ, ਪਰ ਸਰੀਰ ਦੀ ਸੁੱਚਮਤਾ ਨੂੰ ਉਹ ਇਹ ਨਹੀਂ ਮੰਨਦੇ ਕਿ ਸਰੀਰ ਦੀ ਸੁੱਚਮਤਾ ਦੇ ਨਾਲ ਮਨ ਸੁੱਚਮਤਾ ਦੇ ਸਹਿਤ ਹੋ ਜਾਂਦਾ ਹੈ। ਪਰ ਫਿਰ ਵੀ ਸਰੀਰ ਦੀ ਸੁੱਚਮਤਾ ਉਹ ਜ਼ਰੂਰ ਰੱਖਦੇ ਆ। ਮਨ ਦੀ ਸੁੱਚਮਤਾ ਲਈ ਉਹ ਵਾਹਿਗੁਰੂ ਦਾ ਨਾਮ ਜਪਦੇ ਆ, ਵਾਹਿਗੁਰੂ ਦਾ ਭਜਨ ਕਰਦੇ ਆ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸਿੱਧੋ, ਚਾਹੇ ਸੋਚੈ ਸੋਚ ਨਾ ਹੋਵਈ, ਸੁੱਚ ਪਵਿੱਤਰਤਾ ਰੱਖਣ ਨਾਲ, ਬਾਹਰ ਦੇ ਸਰੀਰ ਦੇ ਇਸ਼ਨਾਨ ਨਾਲ ਮਨ ਸੁੱਚਾ ਨਹੀਂ ਹੁੰਦਾ। ਜੇ ਸੋਚੀ ਲੱਖ ਵਾਰ, ਜੇ ਭਾਵੇਂ ਲੱਖਾਂ ਵਾਰ ਹੀ ਇਸ਼ਨਾਨ ਕਰਕੇ ਬਾਹਰੋਂ ਸੁੱਚ ਪਵਿੱਤਰਤਾ ਰੱਖੇ ਤਾਂ ਉਹ ਮਨ ਉਹਦਾ ਸੁੱਚਾ ਨਹੀਂ ਹੋ ਸਕਦਾ। ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਨਾ ਕਿ ਤੀਰਥਾਂ ਤੇ ਨਹਾਉਣ ਦੇ ਨਾਲ ਜਿਹੜੀ ਆ ਮਨ ਦੀ ਮੈਲ ਨਹੀਂ ਜਾਂਦੀ, ਜਿੰਨਾ ਚਿਰ ਕੋਈ ਅੰਦਰਲੇ ਤੀਰਥ ਤੇ ਇਸ਼ਨਾਨ ਨਹੀਂ ਕਰਦਾ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਕਿਹਾ ਕਿ ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਜਿਹੜਾ ਚੋਰ ਹੈ, ਹੁਣ ਤੀਰਥ ਤੇ ਕਈ ਚੋਰੀ ਕਰਦੇ ਜਾ ਕੇ, ਕਿ ਉਹ ਤੀਰਥ ਯਾਤਰਾ ਥੋੜੋ ਕਰ ਰਿਹਾ, ਕੋਈ ਭਜਨ ਬੰਦਗੀ ਥੋੜੋ ਕਰ ਰਿਹਾ ਉੱਥੇ, ਤੇ ਉਹਦਾ ਥੋੜਾ ਫਿਰ ਉੱਥੇ ਭਲਾ ਹੋ ਜਾਊਗਾ। ਤੀਰਥ ਤੇ ਜੇ ਮਹਾਨਤਾ ਹੈ ਤੇ ਉਹ ਵਾਹਿਗੁਰੂ ਜੀ ਦੇ ਨਾਮ ਕਰਕੇ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਹਿ ਕਬੀਰ ਹੋ ਭਇਆ ਉਦਾਸ, ਤੀਰਥ ਵੱਡਾ ਕਿ ਹਰਿ ਕਾ ਦਾਸ। ਤੀਰਥ ਵੱਡਾ ਹੁੰਦਾ ਜਾਂ ਹਰੀ ਦਾ ਦਾਸ ਵੱਡਾ ਹੁੰਦਾ? ਨਿਰਣਾ ਕਰਕੇ ਕਬੀਰ ਜੀ ਨੇ ਕਿਹਾ ਕਿ ਹਰੀ ਦਾ ਦਾਸ ਵੱਡਾ ਹੁੰਦਾ, ਕਿਉਂਕਿ ਹਰੀ ਦੇ ਦਾਸ ਦੇ ਅੰਦਰ ਹਰੀ ਦਾ ਨਾਮ ਹੋਣੇ ਕਰਕੇ ਜਿੱਥੇ ਜਿੱਥੇ ਹਰੀ ਦਾ ਦਾਸ ਪੈਰ ਧਰਦਾ, ਉੱਥੇ ਉੱਥੇ ਤੀਰਥ ਸਥਾਨ ਬਣ ਜਾਂਦੇ ਆ। ਉਹਨਾਂ ਸਥਾਨਾਂ ਨੂੰ ਜੀਵ ਫਿਰ ਪਵਿੱਤਰ ਮੰਨ ਕੇ ਉੱਥੋਂ ਆ ਕਰਕੇ ਆਪਣੇ ਪਾਪ ਗਵਾਉਂਦੇ ਆ ਤੇ ਯਾਤਰਾਵਾਂ ਕਰਦੇ ਆ, ਹਰੀ ਦੇ ਨਾਮ ਨਾਲ ਜੁੜਦੇ ਆ। ਅਸਲ ਵਿੱਚ ਹਰੀ ਦਾ ਨਾਮ ਹੀ ਸਾਰੀ ਜਿਹੜੀ ਆ ਉਹ ਮੈਲ ਨੂੰ ਗਵਾਉਂਦਾ ਹੈ। ਮਹਾਰਾਜ ਜੀ ਨੇ ਵੀ ਆਗਿਆ ਕੀਤੀ ਨਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਵੱਡਾ ਤੀਰਥ ਵਾ। ਤੋ ਸਤਿਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਸਿੱਧੋ, ਜੇ ਕੋਈ ਭਾਵੇਂ ਲੱਖਾਂ ਵਾਰ ਸੁੱਚ ਪਵਿੱਤਰਤਾ ਰੱਖ ਲਵੇ, ਮਨ ਜਿਹੜਾ ਹੈ ਨਾ ਉਹ ਸੁੱਚਮਤਾ ਦੇ ਸਹਿਤ ਬਾਹਰੋਂ ਸਰੀਰ ਦੇ ਧੋਣ ਨਾਲ ਮਨ ਜਿਹੜਾ ਹੈ ਉਹ ਸੁੱਚਾ ਨਹੀਂ ਹੋ ਸਕਦਾ। ਫਿਰ ਕਹਿਣ ਲੱਗੇ ਮਹਾਰਾਜ ਸਾਡੇ ਕੋਲ ਦੂਸਰਾ ਸਾਧਨ ਵੀ ਹੈਗਾ। ਮਹਾਰਾਜ ਕਹਿੰਦੇ ਉਹ ਦੱਸੋ। ਕਹਿੰਦੇ ਮੌਨ ਜੀਵ ਨੂੰ ਰਖਾ ਕਰਕੇ ਅਸੀਂ ਜਿਹੜਾ ਹੈ ਉਹ
ਉਹਦਾ ਹਿਰਦਾ ਸਚਿਆਰ ਕਰ ਸਕਦੇ ਹਾਂ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਵੀ ਮੁਖ ਤੋਂ ਮੌਨ ਧਾਰਨ ਦੇ ਨਾਲ ਮਨ ਦੇ ਸੰਕਲਪ ਵਿਕਲਪ ਰੁਕਦੇ ਹੀ ਨਹੀਂ। ਮਹਾਰਾਜ ਨੇ ਦੂਸਰੀ ਪੰਕਤੀ ਕਹੀ, ਫਿਰ ਚੁੱਪੈ ਚੁੱਪ ਨਾ ਹੋ ਗਈ। ਚੁੱਪ ਰਹਿਣ ਦੇ ਨਾਲ ਮਹਾਰਾਜ ਕਹਿੰਦੇ ਮਨ ਥੋੜਾ ਚੁੱਪ ਕਰਦਾ ਹੈ। ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ। ਲਿਵਤਾਰ ਭਾਵ ਇੱਕ ਤੇਲ ਧਾਰਾ ਦੀ ਤਰ੍ਹਾਂ। ਜੇ ਕੋਈ ਚੁੱਪ ਧਾਰ ਲਵੇ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਫਿਰ ਮਨ ਦੇ ਫੁਰਨੇ ਥੋੜੋ ਹਟ ਜਾਂਦੇ। ਇਹ ਵੀ ਤੁਹਾਡਾ ਜਿਹੜਾ ਸਾਧਨ ਹੈ ਸਿੱਧੋ, ਇਹ ਅੰਦਰੋਂ ਜੀਵ ਦਾ ਹਿਰਦਾ ਸਚਿਆਰ ਨਹੀਂ ਕਰ ਸਕਦਾ। ਉਹਨਾਂ ਦੇ ਅੰਦਰੋਂ ਝੂਠ ਦੀ ਕੰਧ ਜਿਹੜੀ ਆ ਉਹ ਨਹੀਂ ਟੁੱਟ ਸਕਦੀ। ਜਿਵੇਂ ਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਸਿੰਘਾਂ ਨੂੰ ਇੱਕ ਮੋਨੀ ਦਾ ਮੌਨ ਜ਼ਾਹਰ ਕਰਕੇ ਵਿਖਾਇਆ ਸੀ। ਸਤਿਗੁਰੂ ਜੀ ਦਾ ਦਰਬਾਰ ਲੱਗਾ ਹੋਇਆ ਤੇ ਇੱਕ ਮੋਨੀ ਪੁਰਖ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਇਆ ਤੇ ਸਿੰਘਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਤੇ ਸਮੇਂ ਉਹਦੇ ਬਾਰੇ ਦੱਸਦਿਆਂ ਹੋਇਆਂ ਬੜੀ ਸਿਫਤ ਕੀਤੀ ਕਿ ਮਹਾਰਾਜ ਇਹ ਮੋਨੀ ਜੀ ਨੇ ਤੇ ਬਹੁਤ ਇਹ ਜਿਹੜੇ ਆ ਪੁੱਜੇ ਮਹਾਂਪੁਰਖ ਆ ਤੇ ਇਹ ਕਦੇ ਬੋਲਦੇ ਨਹੀਂ। 12 ਸਾਲ ਹੋ ਗਿਆ ਮਹਾਰਾਜ ਇਹਨਾਂ ਨੇ ਕੋਈ ਭਜਨ ਨਹੀਂ ਕੀਤਾ ਆਪਣੇ ਮੁਖ ਤੋਂ। ਤੇ ਮੋਨੀ ਜੀ ਵੀ ਆਪਣੀ ਸਿਫਤ ਸੁਣ ਸੁਣ ਕੇ ਬੜੇ ਪ੍ਰਸੰਨ ਹੋਣ ਲੱਗੇ ਤੇ ਸਤਿਗੁਰੂ ਜੀ ਨੇ ਫਿਰ ਵਿਚਾਰਿਆ ਕਿ ਆਪਣੇ ਖਾਲਸੇ ਨੂੰ ਦਸੀਏ ਕਿ ਇਹ ਜਿਹੜਾ ਬਾਹਰੋਂ ਮੌਨ ਧਾਰਨਾ ਹੈ ਇਹ ਸਾਡੇ ਘਰ ਦਾ ਜਿਹੜਾ ਹੈ ਨਾ ਉਹ ਸਿਧਾਂਤ ਨਹੀਂ ਹੈ। ਕਿਉਂਕਿ ਹਾਂ ਮਹਾਰਾਜ ਜੀ ਨੇ ਫਜ਼ੂਲ ਗੱਲਾਂ ਬੋਲਣ ਤੋਂ ਸਤਿਗੁਰੂ ਜੀ ਨੇ ਰੋਕਿਆ ਕਿ ਸੰਜਮ ਨਾਲ ਬਚਨ ਕਰਨਾ ਚਾਹੀਦਾ। ਵਾਹਿਗੁਰੂ ਦੇ ਜਿਹੜਾ ਹੈ ਪਿਆਰ ਦੇ ਉਪਦੇਸ਼ ਦਾ ਬਚਨ ਕਰਨਾ ਚਾਹੀਦਾ ਹੈ। ਤੇ ਜਿਹੜਾ ਬਿਲਕੁਲ ਹੀ ਕੋਈ ਬੋਲ ਆਪਣੇ ਮੁਖ ਤੋਂ ਬੋਲਣਾ ਨਹੀਂ, ਇਹ ਹੱਠ ਮੌਨ ਹੁੰਦਾ। ਕੱਲ ਨੂੰ ਆਪਾਂ ਜਿਹੜਾ ਹੈ ਨਾ ਕਿੰਨੇ ਪ੍ਰਕਾਰ ਦਾ ਮੌਨ ਹੈ ਇਹ ਵੀ ਵਿਚਾਰਾਂਗੇ। ਤੋਂ ਅੱਜ ਕਿਉਂਕਿ ਸਮਾਂ ਹੁਣ ਤਕਰੀਬਨ 6 ਮਿੰਟ ਹੋਰ ਰਹਿੰਦੇ ਆ ਤੇ ਆਪਾਂ ਸਾਖੀ ਅੱਜ ਸੰਪੂਰਨ ਕਰ ਲੈਂਦੇ ਆ। ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਫਿਰ ਇੱਛਾ ਕੀਤੀ ਕਿ ਸਿੰਘਾਂ ਨੂੰ ਦਿਖਾਈਏ ਕਿ ਇਹਦਾ ਮੌਨ ਕੈਸਾ ਹੈ ਤੇ ਮਹਾਰਾਜ ਜੀ ਨੇ ਫਿਰ ਆਗਿਆ ਕੀਤੀ ਇੱਕ ਸਿੰਘ ਨੂੰ ਬੁਲਾ ਕੇ ਕਿ ਬਈ ਸਿੰਘਾ ਤੂੰ ਇਸ ਮੋਨੀ ਮਹਾਰਾਜ ਨੂੰ ਆਪਣੇ ਘਰ ਲੈ ਜਾ ਤੇ ਜਥਾ ਸ਼ਕਤ ਸੇਵਾ ਕਰ। ਤੇ ਸਿੱਖ ਗਰੀਬ ਸੀਗਾ, ਜਥਾ ਸ਼ਕਤ ਤੋਂ ਭਾਵ ਹੁੰਦਾ ਜਿੰਨੀ ਪਹੁੰਚ ਪੈ ਜਾਵੇ। ਜਦੋਂ ਸਤਿਗੁਰੂ ਜੀ ਦਰਬਾਰ ਤੋਂ ਉੱਠਣ ਲੱਗੇ ਤੇ ਨਾਲ ਹੀ ਮਹਾਰਾਜ ਨੇ ਕਿਹਾ ਵੀ ਸਰਦੀ ਬਣਦੀ ਜਿੰਨੀ ਸੇਵਾ ਕਰ ਸਕਦਾ ਕਰੀ। ਤੇ ਉਹ ਫਿਰ ਸਤਿਗੁਰੂ ਜੀ ਦੇ ਕਹਿਣ ਤੋਂ, ਕਿਉਂਕਿ ਮਹਾਰਾਜ ਨੇ ਭੇਦ ਜਿਹੜਾ ਸੀ ਉਹ ਰੱਖ ਕੇ ਤੇ ਉਹਦਾ ਅੰਦਰਲਾ ਭੇਦ ਜਿਹੜਾ ਸੀ ਉਹ ਖੋਲਣਾ ਸੀਗਾ। ਤੇ ਜਦੋਂ ਫਿਰ ਉਹ ਸਿੰਘ ਆਪਣੇ ਘਰ ਲੈ ਗਿਆ, ਮੋਨੀ ਜੀ ਮਨ ਦੇ ਅੰਦਰ ਸੰਕਲਪ ਕਰ ਰਹੇ ਸੀ। ਗੁਰੂ ਸਾਹਿਬ ਨੇ ਕਿਹਾ ਬੜੀ ਸੇਵਾ ਹੋਊਗੀ, ਕੋਈ ਪੂੜੇ ਜਲੇਬੀਆਂ ਲੱਡੂ ਕੋਈ ਹੋਰ ਸਨਿਗਧ ਪਦਾਰਥ ਖਾਣ ਨੂੰ ਮਿਲਣਗੇ। ਤੇ ਪਰ ਸਿੱਖ ਨੇ ਜਦੋਂ ਉਹ ਸੀਗਾ ਹੀ ਗਰੀਬ ਤੇ ਅੰਦਰੋਂ ਜਿਹੜੀ ਸੀ ਕੋਧਰੇ ਦੀ ਸੁੱਕੀ ਰੋਟੀ ਤੇ ਲੈ ਕਰਕੇ ਜਦੋਂ ਅੱਗੇ ਰੱਖੀ ਤੇ ਪਾਣੀ ਦਾ ਛੰਨਾ ਜਿਹੜਾ ਸੀ ਉਹ ਨਾਲ ਲਿਆ ਕੇ ਰੱਖਿਆ। ਮੋਨੀ ਹੁਣ ਬੋਲ ਤਾਂ ਨਹੀਂ ਸੀ ਸਕਦਾ ਆਪਣੇ ਮੂੰਹ ਤੋਂ ਤੇ ਕਦੀ ਉਹ ਸੁੱਕੀ ਰੋਟੀ ਵੱਲ ਵੇਖੇ ਤੇ ਕਦੀ ਸਿੱਖ ਦੇ ਮੂੰਹ ਵੱਲ ਵੇਖੇ। ਤੇ ਸਿੱਖ ਕਹਿੰਦਾ ਮਹਾਰਾਜ ਜਲ ਛਕੋ ਤੇ ਜਲ ਦੇ ਨਾਲ ਪ੍ਰਸ਼ਾਦਾ ਭਿਉਂ ਕੇ ਛਕ ਲਓ ਤੇ ਮੈਂ ਦੂਸਰਾ ਪ੍ਰਸ਼ਾਦਾ ਲੈ ਕੇ ਆਉਣਾ। ਸਿੱਖ ਅੰਦਰ ਪ੍ਰਸ਼ਾਦਾ ਲੈਣ ਗਿਆ ਤੇ ਮੋਨੀ ਜੀ ਮਹਾਰਾਜ ਉੱਥੋਂ ਉੱਠ ਕੇ ਹੀ ਭੱਜ ਤੁਰੇ ਤੇ ਉਹ ਸਿੱਖ ਮਗਰ ਆਇਆ ਪਰ ਮੋਨੀ ਜੀ ਨੇ ਤਾਂ ਗੱਲ ਹੀ ਨਹੀਂ ਸੁਣੀ। ਜਦੋਂ ਅਗਲੇ ਦਿਨ ਮਹਾਰਾਜ ਸਾਹਿਬ ਜੀ ਦਾ ਫਿਰ ਦਰਬਾਰ ਲੱਗਾ ਤੇ ਸਤਿਗੁਰੂ ਜੀ ਦੇ ਲੱਗੇ ਦਰਬਾਰ ਵਿੱਚ ਫਿਰ ਮਹਾਰਾਜ ਨੇ ਸਿੱਖ ਨੂੰ ਪੁੱਛਿਆ ਕਿ ਭਾਈ ਸਿੱਖਾ ਤੂੰ ਸੇਵਾ ਕੀਤੀ ਸੀ? ਤੇ ਸਿੱਖ ਨੇ ਕਿਹਾ ਹਾਂ ਮਹਾਰਾਜ ਮੈਂ ਜਿੰਨੀ ਪਹੁੰਚ ਪੈਂਦੀ ਆ ਪੂਰੀ ਸੇਵਾ ਕੀਤੀ ਆ। ਤੇ ਉਹ ਸਿੱਖ ਵੀ ਝੂਠ ਨਹੀਂ ਸੀ ਬੋਲ ਰਿਹਾ ਤੇ ਮੋਨੀ ਉਸ ਸਮੇਂ ਜਿਹੜਾ ਸੀ ਉਹ ਫਿਰ ਬੋਲ ਪਿਆ, ਉਹਦਾ ਮੌਨ ਟੁੱਟ ਗਿਆ। ਉਹਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਮੌਨ ਰੱਖਿਆ, ਮੈਨੂੰ ਮੋਨੀ ਕਹਿੰਦੇ ਸਾਰੇ। ਕਹਿੰਦਾ ਮਹਾਰਾਜ ਝੂਠ ਬੋਲਦਾ ਏ, ਇਹਨੇ ਸੁੱਕੀ ਰੋਟੀ ਲਿਆ ਕੇ ਮੇਰੇ ਅੱਗੇ ਰੱਖੀ, ਪਾਣੀ ਦਾ ਛੰਨਾ ਨਾ ਰੋਟੀ ਲੰਘਦੀ ਸੀ, ਮੈਂ ਤਾਂ ਉੱਠ ਕੇ ਉੱਥੋਂ ਚਲੇ ਆਇਆ, ਇਹਨੇ ਕੋਈ ਸੇਵਾ ਨਹੀਂ ਕੀਤੀ। ਤੇ ਮੋਨੀ ਮਹਾਰਾਜ ਤਾਂ ਸੱਚ ਦੱਸ ਰਹੇ ਸੀ, ਆਪਣੇ ਵੱਲੋਂ ਬਿਆਨ ਕਰ ਰਹੇ ਸੀ, ਪਰ ਸਾਰੇ ਸਿੰਘ ਜਿਹੜੇ ਸੀ ਉਹ ਹੱਸਣ ਲੱਗ ਪਏ ਕਿ ਮੋਨੀ ਦਾ
ਮੌਨ ਤਾਂ ਟੁੱਟ ਗਿਆ, ਬੋਲ ਪਿਆ ਏ। ਸਤਿਗੁਰੂ ਜੀ ਨੇ ਫਿਰ ਸਿੰਘਾਂ ਨੂੰ ਦਰਸਾਇਆ ਕਿ ਖਾਲਸਾ ਜੀ ਜਿਹੜਾ ਹੈ ਮੂੰਹ ਤੋਂ ਹੱਠ ਕਰਕੇ ਜੇ ਕੋਈ ਕਹੇ ਕਿ ਮੈਂ ਨਹੀਂ ਬੋਲਣਾ, ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਨਹੀਂ। ਮਹਾਰਾਜ ਦੇ ਘਰ ਦਾ ਸਿਧਾਂਤ ਹੈ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਘਰ ਦਾ ਸਿਧਾਂਤ ਹੈ। ਜੇ ਚੁੱਪ ਮੌਨ ਹੀ ਧਾਰਨੀ ਤੇ ਪੱਥਰ ਚੁੱਪ ਵੈ, ਬਨਸਪਤੀ ਚੁੱਪ ਵੈ, ਤੇ ਜੀਭਾ ਮਹਾਰਾਜ ਨੇ ਨਾਮ ਦੇ ਜਪਣ ਨੂੰ ਉੱਚੀ ਬੋਲ ਕੇ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ, ਬੋਲ ਸੋ ਧਰਮੀੜਿਆ ਮੌਨ ਕਤ ਧਾਰੀ ਰਾਮ, ਕਿ ਤੂੰ ਮੌਨ ਕਿਉਂ ਧਾਰ ਛੱਡੀ, ਆਪਣੇ ਮੁਖ ਤੋਂ ਬੋਲ। ਬੋਲ ਹਰ ਨਾਮ ਸਫਲ ਸਾ ਘੜੀ, ਉਹ ਘੜੀ ਸਫਲ ਹੋ ਜਾਏਗੀ, ਤੂੰ ਹਰੀ ਦਾ ਨਾਮ ਆਪਣੇ ਮੁਖ ਤੋਂ ਬੋਲ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਆਖਿਆ ਕਿ ਚੁੱਪੈ ਚੁੱਪ ਨਾ ਹੋ ਬਈ। ਜਿਹੜੀ ਹੈ ਚੁੱਪ ਧਾਰਨ ਦੇ ਨਾਲ, ਭਾਵ ਮੌਨ ਰੱਖਣ ਦੇ ਨਾਲ ਚੁੱਪ ਨਹੀਂ ਰਹਿੰਦੀ, ਭਾਵ ਮਨ ਨਹੀਂ ਚੁੱਪ ਕਰਦਾ। ਮਨ ਤਾਂ ਜਿਹੜਾ ਹੈ ਅੰਦਰੇ ਅੰਦਰ ਆਪ ਹੀ ਹੱਸੀ ਜਾਂਦਾ, ਜਿਵੇਂ ਮਹਾਰਾਜ ਨੇ ਕਿਹਾ ਬਦਨੇ ਬਿਨ ਖਿਰ ਖਿਰ ਹਾਸਦਾ, ਪਗਾਂ ਬਿਨ ਹੁਰੀਆਂ ਮਾਰਤਾ। ਇਹ ਤਾਂ ਪੈਰਾਂ ਤੋਂ ਬਿਨਾਂ ਹੀ ਦੌੜਿਆ ਫਿਰਦਾ, ਇਹ ਤਾਂ ਮੂੰਹ ਤੋਂ ਬਿਨਾਂ ਹੀ ਹੱਸਦਾ ਰਹਿੰਦਾ, ਕਦੇ ਰੋਣ ਲੱਗ ਜਾਂਦਾ। ਤੋ ਇਹ ਜਿਹੜਾ ਮਨ ਹੈ ਇਹ ਨਹੀਂ ਅੰਦਰ ਚੁੱਪ ਕਰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਚੁੱਪੈ ਚੁੱਪ ਨਾ ਹੋ ਬਈ। ਚੁੱਪ ਰਹਿਣ ਦੇ ਨਾਲ, ਸਤਿਗੁਰੂ ਜੀ ਕਹਿੰਦੇ ਮੌਨ ਰੱਖਣ ਦੇ ਨਾਲ ਜਿਹੜਾ ਹੈ ਨਾ, ਉਹ ਮਨ ਨਹੀਂ ਚੁੱਪ ਕਰਦਾ। ਮਨ ਦੇ ਸੰਕਲਪ ਵਿਕਲਪ ਜਿਹੜੇ ਆ, ਜਿਹੜੀ ਉਹ ਨਹੀਂ, ਵਾਸ਼ਨਾ ਦਾ ਵੇਗ ਜਿਹੜਾ ਹੈ ਨਾ ਉਹ ਨਹੀਂ ਰੁਕਦਾ। ਚਾਹੇ ਕੋਈ ਬਹੁਤ ਜ਼ਿਆਦਾ ਤੇਲ ਧਾਰਾਵਤ ਆਪਣੇ ਮੁਖ ਤੋਂ ਜਿਹੜੀ ਹੈ ਉਹ ਚੁੱਪ ਧਾਰ ਛੱਡੇ, ਭਾਵ ਮੌਨ ਧਾਰ ਛੱਡੇ, ਬੋਲੇ ਨਾ। ਕਈ ਲਿਖ ਲਿਖ ਕੇ ਹੀ ਕਾਗਜ਼ ਕਾਲੇ ਕਰਦੇ ਰਹਿੰਦੇ ਆ। ਤੋ ਜਿਹੜਾ ਹੈ ਉਹ ਮਨ ਦੇ ਸੰਕਲਪ ਹਨ। ਕਈ ਵਾਰੀ ਕੋਈ ਗੁਰਮੁਖ ਨਿਯਮ ਰੱਖਦੇ ਆ ਉਦਾਂ ਥੋੜੇ ਚਿਰ ਵਾਸਤੇ, ਪਰ ਫਿਰ ਵੀ ਬਾਣੀ ਆਪਣੇ ਮੁਖ ਤੋਂ ਬੋਲਦੇ ਆ ਜ਼ਰੂਰ, ਨਾਮ ਜ਼ਰੂਰ ਬੋਲਦੇ। ਫਜ਼ੂਲ ਗੱਲਾਂ ਦੇ ਬੋਲਣ ਵੱਲੋਂ, ਅਜਾਈ ਗੱਲਾਂ ਦੇ ਬੋਲਣ ਵੱਲੋਂ, ਵਕਾਰਾਂ ਦੀਆਂ ਗੱਲਾਂ ਦੇ ਬੋਲਣ ਵੱਲੋਂ ਤੇ ਝਗੜੇ ਦੀਆਂ ਗੱਲਾਂ ਦੇ ਬੋਲਣ ਵੱਲੋਂ ਉਹ ਮੌਨ ਧਾਰ ਲੈਂਦੇ। ਬੁਰਾ ਨਹੀਂ ਬੋਲਦੇ, ਆਪਣੇ ਮੁਖ ਤੋਂ ਬੋਲਦੇ, ਤੇ ਗੁਰਮੁਖ ਬੋਲ ਬੋਲਦੇ ਮਿੱਠਾ। ਭਾਈ ਗੁਰਦਾਸ ਜੀ ਕਹਿੰਦੇ ਆ ਮਿੱਠਾ ਬੋਲ ਬੋਲਦੇ ਆ ਗੁਰਮੁਖ, ਜਿਹਦੇ ਸੁਣਨ ਕਰਕੇ ਹਰੇਕ ਦਾ ਹਿਰਦਾ ਸ਼ਾਂਤ ਹੋ ਜੇ, ਮਨ ਨੂੰ ਠੰਡ ਪੈ ਜਾਵੇ। ਐਸੇ ਬੋਲ ਜਿਹੜੇ ਆ ਗੁਰਮੁਖ ਬੋਲਦੇ ਆ। ਕਦੇ ਫਿੱਕਾ ਬੋਲ, ਕੌੜਾ ਬੋਲ ਆਪਣੇ ਮੁਖ ਤੋਂ ਨਹੀਂ ਬੋਲਦੇ। ਤਾਂ ਸਤਿਗੁਰੂ ਜੀ ਨੇ ਕਿਹਾ ਸਿੱਧੋ, ਇਹ ਮੌਨ ਧਾਰਨ ਦੇ ਨਾਲ, ਚੁੱਪ ਰਹਿਣ ਦੇ ਨਾਲ ਵੀ ਜੀਵ ਦਾ ਹਿਰਦਾ ਸਚਿਆਰ ਨਹੀਂ ਹੋ ਸਕਦਾ। ਚਾਹੇ ਤੇਲ ਧਾਰਾਵਤ ਆਪਣੇ ਮੁਖ ਤੋਂ ਜਿਹੜੀ ਆ ਉਹ ਚੁੱਪ ਧਾਰ ਛੱਡੇ, ਇਸ ਤਰ੍ਹਾਂ ਵੀ ਜੀਵ ਦਾ ਹਿਰਦਾ ਸਚਿਆਰ ਨਹੀਂ ਹੁੰਦਾ। ਹੁਣ ਸਿੱਧ ਜਿਹੜਾ ਫਿਰ ਅਗਲਾ ਸਾਧਨ ਜਿਵੇਂ ਦੱਸਣਗੇ, ਆਪਾਂ ਆਰੰਭਤਾ 'ਚ ਥੋੜਾ ਜਿਹਾ ਵਿਸਥਾਰ ਆਇਆ, ਤੇ ਪਰ ਆਪਾਂ ਅੱਗੇ ਜਿਹੜੇ ਆ ਸੰਖੇਪ ਰੂਪ 'ਚ ਅਰਥ ਕਰਦੇ ਚੱਲਾਂਗੇ ਬਹੁਤ ਛੇਤੀ ਹੀ। ਕਿਉਂਕਿ ਆਪਾਂ ਇੱਕ ਤਾਂ ਮਨ ਜਿਹੜਾ ਨਾ ਉਹਨੂੰ ਕਾਹਲਾ ਨਹੀਂ ਪੈਣ ਦੇਣਾ, ਕਿਉਂਕਿ ਕਈ ਵਾਰੀ ਖਿਆਲ ਹੁੰਦਾ ਕਿ ਇਸ ਤਰ੍ਹਾਂ ਤਾਂ ਫਿਰ ਆਪਾਂ ਦੋ ਪੰਕਤੀਆਂ ਦੇ ਅਰਥ ਅੱਜ ਹੋਏ ਤੇ ਬੜਾ ਚਿਰ ਲੱਗ ਜਾਏਗਾ। ਪਰ ਜਿੱਥੇ ਕੋਈ ਵਿਸਥਾਰ ਦੀ ਮਤਲਬ ਲੋੜ ਹੁੰਦੀ ਹੈ, ਜੇ ਸਾਨੂੰ ਸਮਝ ਜਿਹੜੀ ਆ ਨਾ ਪਵੇ ਤੇ ਫਿਰ ਜਿਹੜਾ ਹੈ ਉਹ ਸਾਡਾ ਸਮਾਜ ਦੇ ਅੰਦਰ ਜਿਹੜਾ ਜੀਵਨ ਆ ਉਹਦੇ 'ਚ ਬਦਲਾਵ ਨਹੀਂ ਆਉਣਾ ਜੇ ਸਮਝ ਨਾ ਪਵੇ। ਜੇ ਸਮਝ ਪੈ ਜਾਵੇ ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਫਿਰ ਆਪਾਂ ਕਿਰਪਾ ਮੰਗੀਏ, ਮਹਾਰਾਜ ਸਾਹਿਬ ਤੋਂ ਬਖਸ਼ਿਸ਼ ਮੰਗੀਏ, ਤੇ ਫਿਰ ਜੀਵਨ ਦੇ ਅੰਦਰ ਜਿਹੜਾ ਹੈ ਨਾ ਉਹ ਤਬਦੀਲੀ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਮਿਹਰ ਕਰਦੇ ਆ। ਤੋ ਆਪਾਂ ਉਦਾਂ ਭਾਈ ਸਾਹਿਬ ਜੀ ਨਾਲ ਵਿਚਾਰ ਕੀਤੀ ਸੀ, ਤੇ ਸੰਖੇਪ ਰੂਪ ਵਿੱਚ ਹੀ ਭਾਈ ਸਾਹਿਬ ਕਹਿੰਦੇ ਆਪਾਂ ਜਿਹੜੇ ਆ ਸਰਲ ਅਰਥ ਉਹ ਕਰਦੇ ਹੋਏ ਜਾਵਾਂਗੇ। ਤੇ ਇਹ ਜਿਹੜਾ ਹੈ ਕੱਲ ਨੂੰ ਆਪਾਂ ਨਾਲ ਨਾਲ ਸ਼ੁੱਧ ਉਚਾਰਨ ਜਿਹੜਾ ਹੈ ਕਿ ਜਿਹੜੀ ਉਹ ਗਲਤੀ ਕਿਵੇਂ ਕੋਈ ਭੁਲੇਖੇ ਨਾਲ ਕਰ ਲੈਂਦਾ ਹੈ, ਤੇ ਇਹ ਆਪਾਂ ਕੱਲ ਨੂੰ ਵਿਚਾਰਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਹੋਈਆਂ ਭੁੱਲਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ ਲੈਣੀਆਂ, ਅੱਗੇ ਵਾਸਤੇ ਸਮੱਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਕੇ ਫਿਰ ਆਪਾਂ ਜਿਹੜੀਆਂ ਆਰੰਭ ਵਾਲੀਆਂ ਹੀ ਆ ਤੇ ਉਹ ਫਿਰ ਆਪਾਂ ਫਤਿਹ ਬੁਲਾਵਾਂਗੇ। ਸੋਚ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ। ਜੇ ਲਾਏ ਰਹਾ ਲਿਵਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।